सन 2002 की गल है। 2002 ਦੇ ਵਿੱਚ ਜਦੋਂ ਮੈਂ ਆਪਣੀ ਪੜ੍ਹਾਈ ਛੱਡੀ ਹੈ +2 ਦੀ, ਅਤੇ +2 ਦੀ ਪੜ੍ਹਾਈ ਛੱਡਣ ਤੋਂ ਬਾਅਦ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ। ਅਤੇ ਮੈਂ ਸੋਚਦਾ ਸੀ ਕੋਈ ਕੰਮ ਕਾਰ ਖੋਲ੍ਹਿਆ ਜਾਵੇ ਜਾਂ ਮੈਂ ਵਿਦੇਸ਼ ਜਾਵਾਂ। ਭਾਈ ਬਲਵਿੰਦਰ ਸਿੰਘ ਜੀ ਮੈਨੂੰ ਕਹਿਣ ਲੱਗੇ, ਭਾਈ ਜਸਵੀਰ ਸਿੰਘ ਜੀ ਤੁਸੀਂ ਪੜ੍ਹੇ ਲਿਖੇ ਹੋ ਅਤੇ ਤੁਸੀਂ ਇੱਦਾਂ ਕਰਿਆ ਕਰੋ ਕਿ ਤੁਸੀਂ ਅਖੰਡ ਪਾਠ ਸਾਹਿਬ ਸੰਥਿਆ ਲਓ ਅਤੇ ਮੇਰੇ ਨਾਲ ਸੇਵਾ ਨਿਭਾਇਆ ਕਰੋ। ਮਹਾਰਾਜ ਨੇ ਕਿਰਪਾ ਕੀਤੀ, ਮੈਂ 1.5 ਸਾਲ ਜਿਹੜੀ ਉਹ ਅਖੰਡ ਪਾਠ ਸਾਹਿਬਾਂ ਦੀ ਸੇਵਾ ਨਿਭਾਈ। ਭਾਈ ਜਗਬੀਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਜੀ ਇਹ 2 ਪਾਠੀ ਸਿੰਘ ਸਨ। ਜਦੋਂ ਅਸੀਂ ਅਖੰਡ ਪਾਠ ਸਾਹਿਬ ਕਰਨੇ ਤਾਂ ਉਹਨਾਂ ਨੇ ਕਹਿਣਾ ਕਿ ਆਪਾਂ ਅਖੰਡ ਪਾਠ ਸਾਹਿਬ 'ਤੇ ਭੋਗ ਸਮੇਂ ਇੱਕ ਕਵਿਤਾ ਜ਼ਰੂਰ ਲਾਉਣੀ ਹੈ। ਉਹਨਾਂ ਦੇ ਨਾਲ ਮੈਂ ਕਵਿਤਾ ਜਿਹੜੀ ਉਹ ਮੈਂ ਥੋੜ੍ਹਾ ਲੈਕਚਰ ਕਰਨਾ, ਕਿਉਂਕਿ ਪਿਤਾ ਜੀ ਸ਼ੁਰੂ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਨਿਸ਼ਕਾਮ ਸੇਵਾ ਕਰਦੇ ਆਏ, ਕਥਾ ਕਰਦੇ, ਘਰ ਕਿਤਾਬਾਂ ਸੀ ਮੈਂ ਕਦੇ ਕਦੇ ਪੜ੍ਹਨੀਆਂ, ਅਤੇ ਉਹ ਮੈਨੂੰ ਸ਼ੌਂਕ ਸੀ ਸੁਣਨ ਦਾ ਵੀ। ਮੈਂ 2 ਕੁ ਗੱਲਾਂ ਕਰ ਦੇਣੀਆਂ, ਉਹਨਾਂ ਕਵਿਤਾ ਲਾ ਦੇਣੀ ਅਤੇ ਬੜਾ ਆਨੰਦ ਜਿਹਾ ਮਹਿਸੂਸ ਹੋਣਾ। ਗੁਰਜੀਤ ਸਿੰਘ ਤੱਲੇ ਜਿਹੜਾ ਵੀਰ ਮੇਰੇ ਨਾਲ ਪੜ੍ਹਦਾ ਸੀ, ਮੇਰੇ ਤੋਂ 2 ਸਾਲ ਪਿੱਛੇ ਪੜ੍ਹਦਾ ਸੀ, ਉਹਨਾਂ ਦੇ ਨਾਲ ਜਦੋਂ ਮੇਰਾ ਮਿਲਾਪ ਹੋਇਆ ਮੈਨੂੰ ਕਹਿਣ ਲੱਗੇ, ਭਾਜੀ ਤੁਹਾਨੂੰ ਤੁਸੀਂ ਦਰਬਾਰ ਸਾਹਿਬ ਡਿਊਟੀ ਕਰਦੇ ਹੋ ਅਤੇ ਮਤਲਬ ਉਹਨੂੰ ਮੈਂ ਕਈ ਵਾਰੀ ਗੱਲ ਕਰਨੀ, ਯਾਰ ਮੈਨੂੰ ਕਵੀਸ਼ਰੀ ਕਰਨ ਦਾ ਸ਼ੌਂਕ ਬੜਾ ਹੈ, ਪਰ ਮੇਰੀ ਡਿਊਟੀ ਇੱਥੇ ਨਾਈਟ ਡਿਊਟੀ ਹੁੰਦੀ ਸੀ ਮੇਰੀ। ਅਤੇ ਮੈਨੂੰ ਕਹਿੰਦਾ ਵੀ 2 ਵੀਰ ਹੈਗੇ ਆ, ਤੁਹਾਨੂੰ ਦੇ ਦਈਏ, ਤੁਸੀਂ ਉਹਨਾਂ ਨਾਲ ਸੇਵਾ ਨਿਭਾਓਗੇ। ਮੈਂ ਉਹਨੂੰ ਕਿਹਾ, ਯਾਰ ਗੱਲ ਇੱਦਾਂ ਹੈ ਕਿ ਮੈਂ ਤਾਂ ਨਿਸ਼ਕਾਮ ਸੇਵਾ ਕਰ ਸਕਣਾ, ਜੇ ਉਹ ਮੇਰਾ ਸਾਥ ਦੇ ਸਕਦੇ ਆ ਅਤੇ ਮੈਂ ਮਤਲਬ ਕੋਈ ਨਹੀਂ ਮੇਰੇ ਨਾਲ ਆ ਜਾਣਾ। ਕਹਿੰਦਾ ਤੁਹਾਡਾ ਇੱਥੇ ਦਰਬਾਰ ਸਾਹਿਬ ਡਿਊਟੀ ਹੈ, ਮੈਨੇਜਰਾਂ ਨਾਲ ਪਿਆਰ ਹੈ ਤੁਹਾਡਾ, ਬਾਹਰ ਗੁਰਦੁਆਰੇ ਗੁਰੂ ਘਰਾਂ 'ਚ ਮੱਸਿਆ ਸੰਗਰਾਂਦਾਂ ਲੱਗਦੀਆਂ ਨੇ, ਤੁਸੀਂ ਆਪਣੇ ਮਨ ਦਾ ਬਾਲ ਜਿਹਾ ਕੱਢ ਲਿਆ ਕਰੋ। ਪ੍ਰਭਾਤ ਫੇਰੀਆਂ 'ਤੇ ਇੱਕ ਮੇਰੇ ਪਿੰਡ ਦਾ ਛੋਟਾ ਜਿਹਾ ਵੀਰ ਸੀ, ਉਹ ਕਿਤਾਬ ਲੈ ਕੇ ਆਇਆ ਸਾਡੇ ਲਾਗੇ ਇੱਕ ਪਿੰਡ ਭਿੰਡੀ ਔਲਖ ਮੇਲਾ ਲੱਗਦਾ ਸੀ, ਉੱਥੋਂ ਗਿਆਨੀ ਜੋਗਾ ਸਿੰਘ ਜੋਗੀ ਦੀ ਕਿਤਾਬ ਲੈ ਆਇਆ, ਉਹਦੇ ਵਿੱਚ ਮਾਤਾ ਸੁਲੱਖਣੀ ਦਾ ਪ੍ਰਸੰਗ ਸੀ। ਹਾਂਜੀ, ਹੈ ਅਰਜਨ ਮਾਣੀ ਦੀ ਝੋਲੀ ਖੈਰ ਪੁੱਤਰ ਦੀ ਪਾਊ। ਅਸੀਂ ਉਹਦੇ ਜਦੋਂ ਪ੍ਰਭਾਤ ਫੇਰੀ ਨਿਕਲਣੀ ਅਤੇ ਉੱਥੇ ਕਵਿਤਾ ਬੋਲਣੀ, ਉਹ ਵੀਰ ਤੇ ਬਾਅਦ 'ਚ ਜਿੱਦਾਂ ਕਹਿ ਲਓ ਕਿ ਕਿਰਾਏ ਪੈ ਗਿਆ, ਮੈਂ ਕਹਾਂਗਾ ਕਿ ਉਹਨੇ ਬਾਅਦ 'ਚ ਸਿਰ ਮਨਾ ਲਿਆ ਅਤੇ ਮੈਨੂੰ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ਣੀ ਸੀ। ਉੱਥੋਂ ਮੈਨੂੰ ਫਿਰ ਸ਼ੌਂਕ ਪੈ ਗਿਆ ਜੀ। ਜਿਹੜੀ ਨਵੀਂ ਕੈਸਟ ਆਉਣੀ ਗਿਆਨੀ ਜਰਨੈਲ ਸਿੰਘ ਸਭਰਾ ਦੀ, ਉਹ ਸਾਡੇ ਲਾਗੇ ਇੱਕ ਚੁਗਾਵਾਂ ਸ਼ਹਿਰ ਸੀ, ਕਿਉਂਕਿ ਸਾਡਾ ਪਿੰਡ ਪਹਿਲਾਂ ਮੋਹਲੇ ਕੇ ਸੀ, ਉਹ ਮੈਂ ਕੈਸਟ ਲਿਆਉਣੀ ਸੁਣਨੀ। ਉੱਥੋਂ ਫਿਰ ਮੇਰੇ ਅੰਦਰ ਇਹ ਬੜਾ ਸ਼ੌਂਕ ਸੀ ਕਿ ਪ੍ਰਮਾਤਮਾ ਕਿਰਪਾ ਕਰੇ ਅਤੇ ਕਿਤੇ ਕੋਈ ਸਮਾਂ ਮਿਲੇ ਅਤੇ ਮੈਂ ਵੀ ਸਟੇਜ 'ਤੇ ਲੈਕਚਰ ਕਰਾਂ। ਅਤੇ ਮੇਰੇ ਪਿਤਾ ਜੀ ਨੇ ਇੱਕੋ ਗੱਲ ਕਹੀ ਵੀ ਪੁੱਤਰ ਮੈਂ ਸਾਰੀ ਜ਼ਿੰਦਗੀ ਨਿਸ਼ਕਾਮ ਸੇਵਾ ਕੀਤੀ। 1974 ਤੋਂ ਲੈ ਕੇ ਅੱਜ ਤੱਕ ਮੈਂ ਗੁਰੂ ਘਰ ਵਿੱਚ ਜਿੰਨੀ ਵੀ ਸੇਵਾ ਕੀਤੀ, ਨਗਰ ਦੇ ਗੁਰਦੁਆਰੇ ਕਥਾ ਕੀਰਤਨ ਅਖੰਡ ਪਾਠ ਸਾਹਿਬ ਕੀਤਾ, ਮੈਂ 1 ਰੁਪਈਆ ਵੀ ਜਿਹੜਾ ਆਪਣੇ ਘਰ ਵਿੱਚ ਨਹੀਂ ਵਰਤਿਆ। ਜਿੰਨੀ ਵੀ ਮਾਇਆ ਉਹ ਮੈਂ ਧਰਮ ਕਾਰਜ 'ਤੇ ਲਾਈ ਹੈ। ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰਤਾ, ਜਾਂ ਮੰਨ ਲਓ ਕਿਤੇ ਨਲਕਾ ਲਵਾਤਾ, ਜਾਂ ਮੰਨ ਲਓ ਕਿਤੇ ਕਹਿ ਲਓ ਕਿ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਚੰਗਾ ਕਾਰਜ ਕਰਨ ਵਾਲਾ, ਇੱਦਾਂ ਛੋਟੇ ਜਾਂ ਕਿਸੇ ਬੱਚੇ ਦੀ ਫੀਸ ਧਾਰ ਦਿੱਤੀ। ਹਾਂਜੀ, ਮੈਨੂੰ ਕਹਿੰਦੇ ਜੇ ਤੈਨੂੰ ਸ਼ੌਂਕ ਆ ਨਾ ਤਾਂ ਇੱਕ ਗੱਲ ਭਾਵਨਾ ਰੱਖ ਕੇ ਚੱਲੀ ਕਿ ਨਿਸ਼ਕਾਮ ਕਰੀ, ਮਤਲਬ ਮਾਇਆ ਦਾ ਲਾਲਚ ਲੈ ਕੇ ਨਾ ਚੱਲੀ। ਮੈਂ ਕਿਹਾ ਠੀਕ ਹੈ ਜੀ। ਇਹ ਵੀ ਜਿਹੜੇ ਚੈਨਲ ਦੇ ਉੱਤੇ ਸਾਡੇ ਜਿਹੜੇ ਵਿਦੇਸ਼ਾਂ 'ਚ ਵੀਰ ਸਾਨੂੰ ਸੁਣਦੇ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਇਸ ਕਲਾ ਨੂੰ ਬਚਾਉਣਾ, ਅਤੇ ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਕਬੱਡੀ ਵਾਲੇ ਵੀਰਾਂ ਨੂੰ ਪ੍ਰਮੋਟ ਕਰਦੇ ਹੋ, ਜਾਂ ਤੁਸੀਂ ਹੋਰ ਸਿੰਗਰਾਂ ਨੂੰ ਦਿੰਦੇ ਜੇ ਮੋਟਰਸਾਈਕਲ, ਜਾਂ ਉਹਨਾਂ ਦਾ ਮਾਨ ਸਨਮਾਨ ਕਰਦੇ ਹੋ, ਔਰ ਨਾਲ ਇੱਕ ਵਿਸ਼ੇ ਦੀ ਕਲਾ ਨੂੰ ਬਚਾਉਣ ਵਾਸਤੇ ਵੀ ਤੁਹਾਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ, ਤਾਂ ਜੋ ਸਾਡਾ ਇਤਿਹਾਸ ਇਹ ਜਿੰਦਾ ਰਹਿ ਸਕੇ, ਕਵੀਸ਼ਰੀ ਕਲਾ ਅਤੇ ਢਾਡੀ ਕਲਾ ਜਿਹੜੀ ਜਿੰਦਾ ਰਹਿ ਸਕੇ, ਅਤੇ ਆਉਣ ਵਾਲੇ ਸਮੇਂ ਤੱਕ ਵੀ ਸਾਡੇ ਬਜ਼ੁਰਗਾਂ ਦੇ ਜੋ ਮਾਰ ਕੇ ਮਾਰੇ ਨੇ, ਸਾਡੇ ਵੱਡਿਆਂ ਨੇ ਜਿਹੜਾ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ, ਉਹ ਸਾਡੀ ਆਉਣ ਵਾਲੀ ਪਨੀਰੀ ਤੱਕ ਪਹੁੰਚਦਾ ਰਹੇ। ਨਿਰਵੈਰ ਟੀਵੀ ਨਾਲ ਜੁੜੇ ਹੋਏ ਸਭ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਕ ਲੜੀ ਸ਼ੁਰੂ ਕੀਤੀ ਹੈ ਕਿ ਕਵੀਸ਼ਰੀ ਜਗਤ ਦੇ ਜੋ ਹੀਰੇ ਨੇ ਉਹਨਾਂ ਨੂੰ ਆਪ ਸਾਹਿਬ ਜੀ ਦੇ ਸਾਹਮਣੇ ਲੈ ਕੇ ਆਈਏ। ਸੰਗਤਾਂ ਬੜੇ ਚਿਰ ਤੋਂ ਡਿਮਾਂਡ ਕਰਦੀਆਂ ਸੀ ਕਿ ਜੋ ਭਾਈ ਜਸਬੀਰ ਸਿੰਘ ਜੀ ਮੋਹਲੇ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਅੱਜ ਅਸੀਂ ਭਾਈ ਸਾਹਿਬ ਹੋਰਾਂ ਦੇ ਘਰ ਦੇ ਵਿੱਚ ਪਹੁੰਚੇ ਹਾਂ, ਭਾਈ ਜਸਬੀਰ ਸਿੰਘ ਮੋਹਲੇ ਕੇ, ਜਿਨ੍ਹਾਂ ਨੇ ਕਿ ਬਹੁਤ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਕੀਤੀ ਹੈ। ਇਸ ਸਮੇਂ ਉਹ ਕਵੀਸ਼ਰੀ ਜਗਤ ਦੇ ਵਿੱਚ ਨਾਮਣਾ ਖੱਟ ਰਹੇ ਨੇ। ਬਹੁਤ ਵਧੀਆ ਜਥਾ ਹੈ ਉਹਨਾਂ ਦਾ। ਅਸੀਂ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ, ਅਗਲੀ ਗੱਲਬਾਤ ਵੀ ਕਰਾਂਗੇ ਬਾਅਦ ਵਿੱਚ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਹਾਡਾ ਸਵਾਗਤ ਹੈ ਨਿਰਵੈਰ ਟੀਵੀ ਦੇ। ਬਹੁਤ ਬਹੁਤ ਧੰਨਵਾਦ ਜੀ ਵੀਰ ਮਨਦੀਪ ਸਿੰਘ ਜੀ ਤੁਹਾਡਾ ਵੀ, ਔਰ ਨਿਰਵੈਰ ਟੀਵੀ ਚੈਨਲ ਦਾ ਵੀ, ਜੋ ਅਕਸਰ ਅਸੀਂ ਦੇਖਦੇ ਰਹਿੰਦੇ ਹਾਂ ਕਿ ਨਿਰਵੈਰ ਟੀਵੀ ਚੈਨਲ
ਜਿਹਦੇ ਉੱਤੇ ਧਾਰਮਿਕ ਪ੍ਰੋਗ ਅਕਸਰ ਲਾਈਵ ਚੱਲਦੇ ਰਹਿੰਦੇ ਨੇ ਔਰ ਤੁਸੀਂ ਮਹਾਨ ਸ਼ਖਸੀਅਤਾਂ ਨੂੰ ਗੁਰੂ ਕੀ ਸੰਗਤ ਦੇ ਸਾਹਮਣੇ ਲਿਆਉਂਦੇ ਹੋ। ਬੜੀ ਚੰਗੀ ਗੱਲ ਹੈ। ਤੁਹਾਡਾ ਧੰਨਵਾਦ। ਦਾਸ ਤੇ ਗ੍ਰਹਿ ਵਿਖੇ ਆਪ ਜੀ ਨੇ ਚਰਨ ਪਾਏ ਨੇ। ਜੀ ਆਇਆਂ ਨੂੰ ਮਹਾਰਾਜ ਜੀ, ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ, ਜਿਵੇਂ ਤੁਸੀਂ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿ ਤੁਸੀਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਾ ਕੇ ਕਵੀਸ਼ਰੀ ਦੇ ਬਹੁਤ ਸਾਰੀਆਂ ਸਟੇਜਾਂ, ਤੁਸੀਂ ਵੱਡੀਆਂ ਸਟੇਜਾਂ 'ਤੇ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਾਂਦੇ ਹੋ। ਜੇ ਆਪਾਂ ਪਹਿਲੀ ਗੱਲ ਕਰੀਏ, ਜਦੋਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂਆਤ ਕੀਤੀ ਔਰ ਅੱਜ ਇੱਥੋਂ ਕਿਵੇਂ, ਉਹ ਸਾਰੀ ਗੱਲਬਾਤ ਤੁਸੀਂ ਦੱਸੋ ਜਰਾ। ਦੇਖੋ ਵੀਰ ਮਨਦੀਪ ਸਿੰਘ ਜੀ, ਮੈਂ ਕਈ ਵਾਰੀ ਸੋਚਦਾ ਕਿ ਜ਼ਿੰਦਗੀ ਦੇ ਵਿੱਚ ਬੰਦਾ ਕਈ ਵਾਰੀ ਜੋ ਸੋਚਦਾ ਹੁੰਦਾ ਨਹੀਂ। ਪਰਮਾਤਮਾ ਪਤਾ ਨਹੀਂ ਸਮੇਂ ਦੇ ਨਾਲ ਬੰਦੇ ਨੂੰ ਕਿਸ ਰਸਤੇ 'ਤੇ ਕਿਸ ਪਾਸੇ ਤੋਰ ਦਿੰਦਾ, ਕਿਹੜੀ ਸੇਵਾ ਲੈਣੀ ਇਹ ਮਾਲਕ ਨੂੰ ਪਤਾ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਜੇ ਆਪਾਂ ਪਿਛੋਕੜ ਜਾਈਏ ਤਾਂ ਕਹਾਣੀ ਬੜੀ ਲੰਬੀ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ। ਸਨ 2005 ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਮੇਰੇ 'ਤੇ ਤਰਸ ਕੀਤਾ, ਮੈਨੂੰ ਆਪਣੇ ਚਰਨਾਂ ਵਿੱਚ ਸਰਵਿਸ ਦੇ ਰੂਪ ਵਿੱਚ ਸੇਵਾ ਬਖਸ਼ੀ। ਬਤੌਰ ਡਾਟਾ ਐਂਟਰੀ ਓਪਰੇਟਰ ਕੰਪਿਊਟਰ ਦੇ ਉੱਤੇ ਮੈਨੂੰ ਮਹਾਰਾਜ ਨੇ ਸੇਵਾ ਬਖਸ਼ੀ। ਕੜਾਹ ਪ੍ਰਸ਼ਾਦ ਤੇ ਬਤੌਰ ਪਰਚੀਆਂ ਕੱਟਣ ਦੀ ਡਿਊਟੀ ਮੇਰੀ ਲੱਗੀ। ਤਕਰੀਬਨ 15 ਕੁ ਸਾਲ ਜਿਹੜੀ ਸੇਵਾ ਵੱਖ-ਵੱਖ ਪੋਸਟਾਂ 'ਤੇ ਮੇਰੇ ਕੋਲ ਗੁਰੂ ਸਾਹਿਬ ਨੇ ਲਈ। ਅਤੇ ਉਸ ਤੋਂ ਬਾਅਦ ਅੱਜ ਨਾਲ ਹੀ ਗੁਰੂ ਨੇ ਬਖਸ਼ਿਸ਼ ਕੀਤੀ ਹੈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਤੋਂ ਬਾਅਦ ਮਹਾਰਾਜ ਨੇ ਮੇਰੇ ਕੋਲ ਕਵੀਸ਼ਰੀ ਦੀ ਸੇਵਾ ਵੀ ਲੈਣੀ ਸੀ। ਬਹਾਨਾ ਬਣ ਗਿਆ। ਮੈਨੂੰ ਸ਼ੌਂਕ ਸੀ ਕਵੀਸ਼ਰੀ ਦਾ। ਅਕਸਰ ਮੈਂ ਕਵੀਸ਼ਰਾਂ ਨੂੰ ਸੁਣਦਾ ਸਾਂ ਅਤੇ ਸਾਡੇ ਪ੍ਰਧਾਨ ਸਾਹਿਬ ਗੋਬਿੰਦ ਸਿੰਘ ਜੀ ਲੌਂਗੋਵਾਲ, ਉਹਨਾਂ ਦੇ PA ਸਰਦਾਰ ਜਗਜੀਤ ਸਿੰਘ ਜੀ, ਉਹਨਾਂ ਦੇ ਨਾਲ ਇੱਕ ਦਫ਼ਤਰ ਦੇ ਵਿੱਚ ਡਿਊਟੀ ਕਰ ਰਹੇ ਵੀਰ ਜੀ ਭਾਈ ਬਿਕਰਮਜੀਤ ਸਿੰਘ ਜੀ, ਉਹਨਾਂ ਨੇ ਮੈਨੂੰ ਇੱਕ ਦਿਨ ਸਟੇਜ 'ਤੇ ਸੁਣਿਆ। ਮੈਨੂੰ ਕਹਿਣ ਲੱਗੇ ਵੀ ਵਧੀਆ ਗੱਲ ਹੈ, ਤੁਹਾਡੀ ਕੰਪਿਊਟਰ 'ਤੇ ਡਿਊਟੀ ਹੈ, ਲੇਕਿਨ ਜਿਹੜਾ ਮੋਤੀ ਜਿੱਥੇ ਪਰੋਣ ਵਾਲਾ ਉੱਥੇ ਪਰੋਣਾ ਚਾਹੀਦਾ। ਉਹਨਾਂ ਨੇ ਪ੍ਰਧਾਨ ਜੀ ਨੂੰ ਕਹਿ ਕੇ ਅਤੇ ਮੇਰੀ ਜਿਹੜੀ ਸੇਵਾ ਉਹ ਕਵੀਸ਼ਰੀ ਦੇ ਵਿੱਚ, ਕਵੀਸ਼ਰੀ ਰਾਹੀਂ ਸੇਵਾ ਕਰਨ ਦੀ ਡਿਊਟੀ ਮੇਰੀ ਲਾ ਦਿੱਤੀ। ਅੱਜ ਕੱਲ੍ਹ ਮੈਂ ਕਵੀਸ਼ਰੀ ਕਲਾ ਰਾਹੀਂ ਗੁਰੂ ਕੀ ਸੰਗਤ ਦੀ ਸੇਵਾ ਕਰ ਰਿਹਾ ਜੀ। ਫਿਰ ਭਾਈ ਸਾਹਿਬ ਜੀ, ਜਿਵੇਂ ਤੁਸੀਂ ਦੱਸਿਆ ਕਿ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਦੇ PA ਜਿਹੜੇ ਆ, ਉਹਨਾਂ ਨੇ ਤੁਹਾਨੂੰ ਕਿਤੇ ਸੁਣਿਆ ਸੀ ਕਿ ਜਾਂ ਤੁਸੀਂ ਉੱਤੇ ਗੁਣਗੁਣਾਉਂਦੇ ਰਹਿੰਦੇ ਸੀ, ਜਾਂ ਉਹਨਾਂ ਨੂੰ ਪਤਾ ਸੀ ਕਿ ਤੁਸੀਂ ਇੱਕ ਵਧੀਆ ਕਵੀਸ਼ਰ ਵੀ ਹੋ? ਅਸਲ ਵਿੱਚ ਇੱਦਾਂ ਜੀ, ਜਦੋਂ ਮੈਂ 10ਵੀਂ ਕਲਾਸ 'ਚ ਪੜ੍ਹਦਾ ਸਾਂ, 10ਵੀਂ ਕਲਾਸ ਦੇ ਵਿੱਚ ਇੱਕ ਸਾਡੇ ਨਾਲ ਵੀਰ ਸੀ, ਉਹਦਾ ਨਾਂ ਵੀਰ ਗੁਰਜੀਤ ਸਿੰਘ ਤੱਲੇ। ਉਹਨਾਂ ਦੇ ਨਾਲ ਇੱਕ ਹੋਰ ਵੀਰ ਸੀ, ਉਹਦਾ ਨਾਂ ਸੀ ਮੁਖਤਿਆਰ ਸਿੰਘ। ਉਹ ਕਵਿਤਾ ਬੋਲਦੇ ਹੁੰਦੇ ਸੀ, ਉਹਨਾਂ ਨਾਲ ਮੇਰਾ ਬੜਾ ਪਿਆਰ ਸੀ। ਮੈਨੂੰ ਉਹਨਾਂ ਦੀ ਕਵੀਸ਼ਰੀ ਜਾਂ ਉਹਨਾਂ ਦੀ ਕਵਿਤਾ ਬੜੀ ਪਿਆਰੀ ਲੱਗਦੀ ਸੀ। ਇੱਕ ਵਾਰੀ ਹਜ਼ੂਰ ਸਾਹਿਬ ਗਏ ਅਤੇ ਮੈਨੂੰ ਕਹਿਣ ਲੱਗੇ, ਵੀਰ ਜੀ ਤੁਸੀਂ ਸਾਡੇ ਨਾਲ ਸਟੇਜ 'ਤੇ ਖੜ੍ਹੋ ਅਤੇ ਆਪਾਂ ਗੁਰੂ ਕੀ ਸੰਗਤ ਦੇ ਸਾਹਮਣੇ ਕਵਿਤਾ ਪੇਸ਼ ਕਰਨੀ ਹੈ। ਮੈਂ ਉਹਨਾਂ ਨੂੰ ਵਾਰ-ਵਾਰ ਕਿਹਾ ਕਿ ਮੈਂ ਕਦੇ ਸਟੇਜ 'ਤੇ ਨਹੀਂ ਖਲੋਤਾ, ਅਤੇ ਤੁਸੀਂ ਇੱਦਾਂ ਕਰੋ ਕਿ ਮੈਂ ਦਰਸ਼ਨ ਕਰਨ ਵਾਸਤੇ ਆਇਆ ਅਤੇ ਦਰਸ਼ਨ ਕਰਕੇ ਆਪਾਂ ਵਾਪਸ ਜਾਣਾ। ਪਰ ਉਹਨਾਂ ਦੀ ਵਾਰ-ਵਾਰ ਮਜਬੂਰ ਕਰਨ 'ਤੇ ਉਹਨਾਂ ਨੇ ਮੈਨੂੰ ਚਲੋ ਖੈਰ ਨਾਲ ਖਿਲਾਰ ਲਿਆ। ਗੁਰੂ ਕੀ ਸੰਗਤ ਦੇ ਦਰਸ਼ਨ ਕੀਤੇ, ਵਾਪਸ ਆ ਗਏ। ਉਸ ਤੋਂ ਬਾਅਦ ਸਮਾਂ ਚੱਲਦਾ ਗਿਆ ਵੀਰ ਜੀ, ਸਮਾਂ ਚੱਲਦਾ ਗਿਆ। ਸਨ 2002 ਦੀ ਗੱਲ ਹੈ। 2002 ਦੇ ਵਿੱਚ ਜਦੋਂ ਮੈਂ ਆਪਣੀ ਪੜ੍ਹਾਈ ਛੱਡੀ ਹੈ +2 ਦੀ, ਅਤੇ +2 ਦੀ ਪੜ੍ਹਾਈ ਛੱਡਣ ਤੋਂ ਬਾਅਦ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ। ਅਤੇ ਮੈਂ ਸੋਚਦਾ ਸੀ ਕੋਈ ਕੰਮ ਕਾਰ ਖੋਲ੍ਹਿਆ ਜਾਵੇ ਜਾਂ ਮੈਂ ਵਿਦੇਸ਼ ਜਾਵਾਂ, ਪਰ ਮੈਂ ਅੱਗੇ ਵੀ ਬੇਨਤੀ ਕੀਤੀ, ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਕੋਈ ਕਿਸੇ ਪਾਸੇ ਮੇਰਾ ਕੰਮ ਨਾ ਬਣਿਆ। ਮੈਂ ਸੋਚਿਆ, ਸਾਡੇ ਪਿੰਡ ਇੱਕ ਗ੍ਰੰਥੀ ਸਿੰਘ ਸਨ, ਉਹਨਾਂ ਦਾ ਨਾਂ ਸੀ ਭਾਈ ਬਲਵਿੰਦਰ ਸਿੰਘ ਜੀ। ਭਾਈ ਬਲਵਿੰਦਰ ਸਿੰਘ ਜੀ ਮੈਨੂੰ ਕਹਿਣ ਲੱਗੇ, ਭਾਈ ਜਸਵੀਰ ਸਿੰਘ ਜੀ ਤੁਸੀਂ ਪੜ੍ਹੇ ਲਿਖੇ ਹੋ ਅਤੇ ਤੁਸੀਂ ਇੱਦਾਂ ਕਰਿਆ ਕਰੋ ਕਿ ਤੁਸੀਂ ਅਖੰਡ ਪਾਠ ਸਾਹਿਬ ਸੰਥਿਆ ਲਓ ਅਤੇ ਮੇਰੇ ਨਾਲ ਸੇਵਾ ਨਿਭਾਇਆ ਕਰੋ। ਮਹਾਰਾਜ ਨੇ ਕਿਰਪਾ ਕੀਤੀ। ਮੈਂ 1.5 ਸਾਲ ਜਿਹੜੀ ਉਹ ਅਖੰਡ ਪਾਠ ਸਾਹਿਬਾਂ ਦੀ ਸੇਵਾ ਨਿਭਾਈ। ਭਾਈ ਜਗਬੀਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਜੀ, ਇਹ 2 ਪਾਠੀ ਸਿੰਘ ਸਨ। ਜਦੋਂ ਅਸੀਂ ਅਖੰਡ ਪਾਠ ਸਾਹਿਬ ਕਰਨੇ ਅਤੇ ਉਹਨਾਂ ਨੇ ਕਹਿਣਾ ਕਿ ਆਪਾਂ ਅਖੰਡ ਪਾਠ ਸਾਹਿਬ 'ਤੇ ਭੋਗ ਸਮੇਂ ਇੱਕ ਕਵਿਤਾ ਜ਼ਰੂਰ ਲਾਉਣੀ ਹੈ। ਉਹਨਾਂ ਦੇ ਨਾਲ ਮੈਂ ਕਵਿਤਾ ਜਿਹੜੀ ਉਹ ਮੈਂ ਥੋੜ੍ਹਾ ਲੈਕਚਰ ਕਰਨਾ, ਕਿਉਂਕਿ ਪਿਤਾ ਜੀ ਸ਼ੁਰੂ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਨਿਸ਼ਕਾਮ ਸੇਵਾ ਕਰਦੇ ਆਏ, ਕਥਾ ਕਰਦੇ, ਘਰ ਕਿਤਾਬਾਂ ਸੀ, ਮੈਂ ਕਦੇ ਕਦੇ ਪੜ੍ਹਨੀਆਂ, ਅਤੇ ਉਹ ਮੈਨੂੰ ਸ਼ੌਂਕ ਸੀ ਸੁਣਨ ਦਾ ਵੀ। ਮੈਂ 2 ਕੁ ਗੱਲਾਂ ਕਰ ਦੇਣੀਆਂ, ਉਹਨਾਂ ਕਵਿਤਾ ਲਾ ਦੇਣੀ ਅਤੇ ਬੜਾ ਆਨੰਦ ਜਿਹਾ ਮਹਿਸੂਸ ਹੋਣਾ। ਬਾਅਦ ਵਿੱਚ 2005 ਦੇ ਵਿੱਚ ਨਾ ਮਹਾਰਾਜ ਨੇ ਕਿਰਪਾ ਕੀਤੀ, ਮੈਂ 1.5 ਸਾਲ ਪਾਠ ਕੀਤੇ, ਮੈਨੂੰ ਸੇਵਾ ਦੇ ਦਿੱਤੀ। ਫਿਰ ਮੈਂ ਕਵੀਸ਼ਰੀ ਛੱਡ ਦਿੱਤੀ ਜੀ, ਲੇਕਿਨ ਮੈਨੂੰ ਸ਼ੌਂਕ ਬਹੁਤ ਸੀ ਸੁਣਨ ਦਾ। ਗੁਰਜੀਤ ਸਿੰਘ ਤੱਲੇ ਜਿਹੜਾ ਵੀਰ ਮੇਰੇ ਨਾਲ ਪੜ੍ਹਦਾ ਸੀ, ਮੇਰੇ ਤੋਂ 2 ਸਾਲ ਪਿੱਛੇ ਪੜ੍ਹਦਾ ਸੀ, ਉਹਨਾਂ ਦੇ ਨਾਲ ਜਦੋਂ ਮੇਰਾ ਮਿਲਾਪ ਹੋਇਆ, ਮੈਨੂੰ ਕਹਿਣ ਲੱਗੇ, ਭਾਜੀ ਤੁਹਾਨੂੰ ਤੁਸੀਂ ਦਰਬਾਰ ਸਾਹਿਬ ਡਿਊਟੀ ਕਰਦੇ ਹੋ, ਅਤੇ ਮਤਲਬ ਉਹਨੂੰ ਮੈਂ ਕਈ ਵਾਰੀ ਗੱਲ ਕਰਨੀ, ਯਾਰ ਮੈਨੂੰ ਕਵੀਸ਼ਰੀ ਕਰਨ ਦਾ ਸ਼ੌਂਕ ਬੜਾ ਹੈ, ਪਰ ਮੇਰੀ ਡਿਊਟੀ ਇੱਥੇ ਨਾਈਟ ਡਿਊਟੀ ਹੁੰਦੀ ਸੀ ਮੇਰੀ, ਅਤੇ ਮੈਨੂੰ ਕਹਿੰਦਾ ਵੀ 2 ਵੀਰ ਹੈਗੇ ਆ, ਤੁਹਾਨੂੰ ਦੇ ਦਈਏ,
ਤੁਸੀਂ ਉਹਨਾਂ ਨਾਲ ਸੇਵਾ ਨਿਭਾਓਗੇ। ਮੈਂ ਉਹਨੂੰ ਕਿਹਾ ਯਾਰ ਗੱਲ ਇੱਦਾਂ ਹੈ ਕਿ ਮੈਂ ਤਾਂ ਨਿਸ਼ਕਾਮ ਸੇਵਾ ਕਰ ਸਕਣਾ, ਜੇ ਉਹ ਮੇਰਾ ਸਾਥ ਦੇ ਸਕਦੇ ਆ ਤੇ ਮੈਂ ਮਤਲਬ ਕੋਈ ਨਹੀਂ ਮੇਰੇ ਨਾਲ ਆ ਜਾਣਾ। ਕਹਿੰਦਾ ਤੁਹਾਡਾ ਇੱਥੇ ਦਰਬਾਰ ਸਾਹਿਬ ਡਿਊਟੀ ਹੈ, ਮੈਨੇਜਰਾਂ ਨਾਲ ਪਿਆਰ ਹੈ ਤੁਹਾਡਾ, ਬਾਹਰ ਗੁਰਦੁਆਰੇ ਗੁਰੂ ਘਰਾਂ 'ਚ ਮੱਸਿਆ ਸੰਗਰਾਂਦਾਂ ਲੱਗਦੀਆਂ ਨੇ, ਤੁਸੀਂ ਆਪਣੇ ਮਨ ਦਾ ਬਾਲ ਜਿਹਾ ਕੱਢ ਲਿਆ ਕਰੋ। ਇੱਦਾਂ ਹੀ ਜੀ ਉਹ ਵੀਰ ਮੇਰੇ ਨਾਲ ਦੋ ਆ ਗਏ। ਫਿਰ ਉਹ ਇੱਕ ਵੀਰ ਦਾ ਨਾਂ ਲਖਵਿੰਦਰ ਸਿੰਘ, ਦੂਜੇ ਦਾ ਨਾਂ ਵੀਰ ਹਰਪਾਲ ਸਿੰਘ ਜੀ। ਉਹਨਾਂ ਨੇ ਮੇਰੇ ਨਾਲ 2.5 ਸਾਲ ਸੇਵਾ ਜਿਹੜੀ ਉਹ ਕੀਤੀ ਤੇ ਉਹਨਾਂ 'ਚੋਂ ਇੱਕ ਵੀਰ ਜਿਹੜਾ ਸ਼੍ਰੋਮਣੀ ਕਮੇਟੀ 'ਚ ਮੈਂ ਉਹਨੂੰ ਭਰਤੀ ਕਰਵਾਤਾ, ਪੋਸਟਾਂ ਆਈਆਂ ਸੀ। ਇੱਕ ਵੀਰ ਢਾਡੀ ਸਿੰਘ ਬਣ ਗਿਆ। ਉਸ ਤੋਂ ਬਾਅਦ ਹੁਣ ਜਿਹੜਾ ਮੇਰੇ ਨਾਲ ਵੀਰ ਸੇਵਾ ਨਿਭਾ ਰਹੇ ਨੇ, ਵੀਰ ਮਨਪ੍ਰੀਤ ਸਿੰਘ ਮੰਜਿਆਂ ਵਾਲੀ, ਵੀਰ ਭੁਪਿੰਦਰ ਸਿੰਘ ਤੇੜਾ ਤੇ ਵੀਰ ਗੁਰਪ੍ਰੀਤ ਸਿੰਘ ਲੱਧਾ ਮੁੰਡਾ। ਇਹ ਅਜੇ ਖੈਰ ਉਦੋਂ ਬੱਚੇ ਹੀ ਸਨ ਤੇ ਇਹਨਾਂ ਨੂੰ ਪਤਾ ਲੱਗਾ ਕਿ ਭਾਜੀ ਕਵਿਸ਼ਰੀ ਕਰਦੇ ਆ। ਇਹਨਾਂ ਦਾ ਜਥਾ ਇੱਕ ਭਰਤੀ ਹੋ ਗਿਆ, ਇੱਕ ਢਾਡੀ ਬਣ ਗਿਆ। ਕਹਿੰਦੇ ਭਾਜੀ ਅਸੀਂ ਵੀ ਤੁਹਾਡੇ ਨਾਲ ਸੇਵਾ ਕਰਨਾ ਚਾਹੁੰਦੇ ਹਾਂ। ਉਹਨਾਂ ਦਾ ਮੇਰਾ ਪਿਆਰ ਬਣ ਗਿਆ। ਅਸੀਂ 2 ਵੀਡੀਓ ਜਿਹੜੀਆਂ ਉਹ ਬਣਾਈਆਂ ਤੇ ਉਹ ਸਾਡੀਆਂ ਵੀਡੀਓ ਜਿਹੜੀਆਂ ਨੇ ਉਹ ਬਿਕਰਮਜੀਤ ਸਿੰਘ ਜੀ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਦੇ ਪੀਏ ਸਨ, ਜਗਜੀਤ ਸਿੰਘ ਜੀ ਉਹਨਾਂ ਦੇ ਦਫ਼ਤਰ 'ਚ ਕੰਮ ਕਰਦੇ ਸਨ, ਮੇਰੇ ਖਿਆਲ ਉਹਨਾਂ ਦੀ ਸੁਪਰਵਾਈਜ਼ਰ ਦੀ ਪੋਸਟ ਹੈ। ਉਹਨਾਂ ਨੇ ਸਾਡੀਆਂ ਵੀਡੀਓ ਸੁਣਿਆ, ਕਹਿੰਦੇ ਮੇਰੇ ਪਿੰਡ ਦੀਵਾਨ ਹੈ ਮਾਘੀ ਦਾ, ਤੁਸੀਂ ਆਓ ਜ਼ਰੂਰ। ਮਾਘੀ ਦੇ ਦੀਵਾਨ 'ਤੇ ਅਸੀਂ ਉਹਨਾਂ ਦੇ ਪਿੰਡ ਗਏ, ਠੰਡ ਦਾ ਮੌਸਮ ਸੀ ਤੇ ਜਦੋਂ ਉਹਨਾਂ ਦੇ ਪਿੰਡ ਮਾਘੀ ਦਾ ਦੀਵਾਨ ਲਾਇਆ, ਕਹਿੰਦੇ ਯਾਰ ਬੜਾ ਆਨੰਦ ਆਇਆ। ਕਹਿੰਦੇ ਯਾਰ ਤੇਰੀ ਡਿਊਟੀ ਨਾ ਮੈਂ ਪੀਏ ਸਾਹਿਬ ਨੂੰ ਕਹਿ ਕੇ ਤੇ ਤੁਹਾਡੀ ਡਿਊਟੀ ਦੂਜੇ ਪਾਸੇ ਨਾ ਆਪਾਂ ਕਰਾ ਦਈਏ। ਮੈਂ ਕਿਹਾ ਵੀਰ ਜੀ ਵੇਖ ਲਓ ਜੇ ਹੋ ਸਕਦਾ ਤੇ ਕਰਵਾ ਦਿਓ। ਫਿਰ ਉਹਨਾਂ ਨੇ ਉਪਰਾਲਾ ਕੀਤਾ। ਜਗਜੀਤ ਸਿੰਘ ਜੀ ਜੱਗੀ ਸਾਡੇ ਰਿਟਾਇਰਮੈਂਟ ਹੋ ਗਏ ਨੇ, ਸਕੱਤਰ ਸਾਹਿਬ ਸੀ, ਉਹਨਾਂ ਨੂੰ ਕਹਿ ਕੇ, ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਕਹਿ ਕੇ ਤੇ ਮੇਰੀ ਡਿਊਟੀ ਜਿਹੜੀ ਹੈ ਉਹ ਇੱਧਰ ਇਸ ਪਾਸੇ ਕੰਪਿਊਟਰ ਆਪਰੇਟਰ ਤੋਂ ਬਤੌਰ ਜਥੇਦਾਰ ਕਵੀਸ਼ਰ ਦੀ ਡਿਊਟੀ ਲਾ ਕੇ ਉਹਨਾਂ ਨੇ ਮੈਨੂੰ ਇੱਧਰ ਜਿਹੜੀ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਸੇਵਾ ਦੇ ਦਿੱਤੀ ਤੇ ਅੱਜ ਕੱਲ੍ਹ ਮੈਂ ਧਰਮ ਪ੍ਰਚਾਰ ਕਮੇਟੀ 'ਚ ਸੇਵਾ ਨਿਭਾ ਰਿਹਾ ਜੀ। ਭਾਈ ਸਾਹਿਬ ਜੇ ਸ਼ੌਂਕ ਦੀ ਗੱਲ ਕਰੀਏ, ਤੁਹਾਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਵੀਸ਼ਰੀ ਦਾ ਕਿ ਜਾਂ ਕਿਸੇ ਵੱਲ ਵੇਖ ਕੇ ਪਿਆ ਤੁਹਾਨੂੰ ਕਿ ਲੱਗਾ ਕਿ ਯਾਰ ਉਹ ਫਲਾਣੇ ਬੰਦਾ ਬਹੁਤ ਸੋਹਣੀ ਕਵੀਸ਼ਰੀ ਕਰਦਾ, ਮੈਨੂੰ ਵੀ ਕਵੀਸ਼ਰੀ ਕਰਨੀ ਚਾਹੀਦੀ ਹੈ? ਅਸਲ ਵਿੱਚ ਨਾ ਜੀ ਸਾਡੇ ਘਰ ਇੱਕ ਕੈਸਟ ਸੀ ਗਿਆਨੀ ਜਰਨੈਲ ਸਿੰਘ ਸਵਰਾਜ ਜੀ ਦੀ। ਉਹ ਕੈਸਟ ਦਾ ਨਾਂ ਸੀ, ਬੜੀ ਪੁਰਾਣੀ ਕੈਸਟ ਸੀ, ਉਹਦਾ ਨਾਂ ਰਾਜਾ ਹਰੀਚੰਦ ਤੇ ਤਾਰਾ ਰਾਣੀ। ਉਹਨਾਂ ਦੀ ਇੱਕ ਕਵਿਤਾ ਬੜੀ ਪਿਆਰੀ ਸੀ, ਗਈ ਮੁੱਲ ਨਾ ਖਰੀਦੀ ਤਾਰਾ ਰਾਣੀ ਤੇ ਵੇਸਵਾ ਨੇ ਜ਼ੋਰ ਲਾ ਲਿਆ। ਉਹ ਪ੍ਰਸੰਗ ਹੀ ਬਹੁਤ ਪਿਆਰਾ ਜੀ। ਉਹਦੇ ਵਿੱਚ ਗਿਆਨੀ ਭਗਵੰਤ ਸਿੰਘ ਜੀ ਤੇ ਮੇਰੇ ਖਿਆਲ ਗਿਆਨੀ ਗੁਰਚਰਨ ਸਿੰਘ ਜੀ, ਜੇ ਮੈਂ ਨਾਂ ਭੁੱਲਦਾ ਹੋਵਾਂ, ਜਦੋਂ ਉਹਨਾਂ ਨੂੰ ਸੁਣਦਾ ਤਾਂ ਮੈਨੂੰ ਬੜਾ ਆਨੰਦ ਆਉਂਦਾ ਸੀ, ਬੜੀ ਖੁਸ਼ੀ ਮਿਲਦੀ ਸੀ। ਮੈਂ ਉਹਨਾਂ ਦਾ ਬੜਾ ਫੈਨ ਸਾਂ ਜੀ। ਗਿਆਨੀ ਜਰਨੈਲ ਸਿੰਘ ਸਭਰਾ ਹੁਣ ਤੇ ਹਾਂਜੀ ਅਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਵੱਲ ਵੇਖ ਕੇ ਹੀ ਮੈਨੂੰ ਮਤਲਬ ਇਹ ਮੇਰੇ ਅੰਦਰ ਸ਼ੌਂਕ ਜਾਗਿਆ। ਪ੍ਰਭਾਤ ਫੇਰੀਆਂ ਤੇ ਇੱਕ ਮੇਰੇ ਪਿੰਡ ਦਾ ਛੋਟਾ ਜਿਹਾ ਵੀਰ ਸੀ, ਉਹ ਕਿਤਾਬ ਲੈ ਕੇ ਆਇਆ। ਸਾਡੇ ਲਾਗੇ ਇੱਕ ਪਿੰਡ ਭਿੰਡੀ ਔਲਖ ਮੇਲਾ ਲੱਗਦਾ ਸੀ, ਉੱਥੋਂ ਗਿਆਨੀ ਜੋਗਾ ਸਿੰਘ ਜੋਗੀ ਦੀ ਕਿਤਾਬ ਲੈ ਆਇਆ। ਉਹਦੇ ਵਿੱਚ ਮਾਤਾ ਸੁਲੱਖਣੀ ਦਾ ਪ੍ਰਸੰਗ ਸੀ। ਹਾਂਜੀ, ਹੈ ਅਰਜਨ ਮਾਣੀ ਦੀ ਝੋਲੀ ਖੈਰ ਪੁੱਤਰ ਦੀ ਪਾਓ। ਅਸੀਂ ਉਹਦੇ ਜਦੋਂ ਪ੍ਰਭਾਤ ਫੇਰੀ ਨਿਕਲਣੀ ਤੇ ਉੱਥੇ ਕਵਿਤਾ ਬੋਲਣੀ। ਉਹ ਵੀਰ ਤੇ ਬਾਅਦ 'ਚ ਜਿੱਦਾਂ ਕਹਿ ਲਓ ਕਿ ਕਿਰਾਏ ਪੈ ਗਿਆ, ਮੈਂ ਕਹਾਂਗਾ ਕਿ ਉਹਨੇ ਬਾਅਦ 'ਚ ਸਿਰ ਮਨਾ ਲਿਆ ਤੇ ਮੈਨੂੰ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ਣੀ ਸੀ। ਉੱਥੋਂ ਮੈਨੂੰ ਫਿਰ ਸ਼ੌਂਕ ਪੈ ਗਿਆ ਜੀ। ਜਿਹੜੀ ਨਵੀਂ ਕੈਸਟ ਆਉਣੀ ਗਿਆਨੀ ਜਰਨੈਲ ਸਿੰਘ ਸਭਰਾ ਦੀ, ਉਹ ਸਾਡੇ ਲਾਗੇ ਇੱਕ ਚੁਗਾਵਾਂ ਸ਼ਹਿਰ ਸੀ, ਕਿਉਂਕਿ ਸਾਡਾ ਪਿੰਡ ਪਹਿਲਾਂ ਮੋਹਲੇ ਕੇ ਸੀ। ਉਹ ਮੈਂ ਕੈਸਟ ਲਿਆਉਣੀ ਸੁਣਨੀ। ਉੱਥੋਂ ਫਿਰ ਮੇਰੇ ਅੰਦਰ ਇਹ ਬੜਾ ਸ਼ੌਂਕ ਸੀ ਕਿ ਪ੍ਰਮਾਤਮਾ ਕਿਰਪਾ ਕਰੇ ਤੇ ਕਿਤੇ ਕੋਈ ਸਮਾਂ ਮਿਲੇ ਤੇ ਮੈਂ ਵੀ ਸਟੇਜ 'ਤੇ ਲੈਕਚਰ ਕਰਾਂ ਜੀ। ਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਪਿਤਾ ਜੀ ਵੀ ਧਾਰਮਿਕ ਬਿਰਤੀ ਦੇ ਆ, ਸਾਰਾ ਪਰਿਵਾਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਗੁਰੂ ਸਾਹਿਬ ਦੇ ਘਰ ਚਰਨਾਂ ਨਾਲ ਜੁੜਿਆ ਹੈ। ਤੇ ਜਦੋਂ ਪਿਤਾ ਜੀ ਨੂੰ ਪਤਾ ਲੱਗਾ ਹੋਣਾ ਕਿ ਮੇਰਾ ਪੁੱਤ ਦੇ ਮਨ ਦੇ ਵਿੱਚ ਇੱਕ ਸ਼ੌਂਕ ਜਾਗਿਆ ਕਵੀਸ਼ਰ ਬਣਨ ਦਾ, ਤੇ ਫਿਰ ਪਿਤਾ ਜੀ ਦਾ ਇਹ ਵੱਲੋਂ ਕਿੱਦਾਂ ਦਾ ਰਿਐਕਸ਼ਨ ਸੀ ਤੁਹਾਡੇ ਨਾਲ? ਮੇਰੇ ਪਰਿਵਾਰ ਵੱਲੋਂ ਮੈਨੂੰ ਬਹੁਤ ਸਾਥ ਮਿਲਿਆ ਜੀ। ਮੇਰੇ ਪਰਿਵਾਰ ਵੱਲੋਂ ਮੈਨੂੰ ਕਿਸੇ ਵੱਲੋਂ ਵੀ ਨਹੀਂ ਰੋਕਿਆ ਗਿਆ, ਕਿਉਂਕਿ ਵੇਖੋ ਜਦੋਂ ਬੱਚੇ ਚੰਗੇ ਪਾਸੇ ਤੁਰਦੇ ਆ ਨਾ ਤੇ ਤਕਰੀਬਨ ਬਹੁਤੇ ਮਾਪਿਆਂ ਨੂੰ ਖੁਸ਼ੀ ਹੁੰਦੀ ਹੈ ਜੀ। ਵੈਸੇ ਪਹਿਲਾਂ ਚਲੋ ਖੈਰ ਮੇਰੀ ਆਪਣੀ ਇੱਛਾ ਸੀ ਕਿ ਮੈਂ ਕੋਈ ਕੰਮ ਕਾਰ ਖੋਲ੍ਹਾਂ, ਵਿਦੇਸ਼ ਜਾਵਾਂ। ਗੁਰੂ ਨੂੰ ਨਹੀਂ ਸੀ ਭਾਉਂਦਾ, ਮਹਾਰਾਜ ਗੁਰੂ ਰਾਮਦਾਸ ਨੇ ਮੇਰੇ ਕੋਲ ਸੇਵਾ ਲੈਣੀ ਸੀ ਤੇ ਮੇਰੇ ਪਿਤਾ ਜੀ ਨੇ ਇੱਕੋ ਗੱਲ ਕਹੀ ਵੀ ਪੁੱਤਰ ਮੈਂ ਸਾਰੀ ਜ਼ਿੰਦਗੀ ਨਿਸ਼ਕਾਮ ਸੇਵਾ ਕੀਤੀ। 1974 ਤੋਂ ਲੈ ਕੇ ਅੱਜ ਤੱਕ ਮੈਂ ਗੁਰੂ ਘਰ ਵਿੱਚ ਜਿੰਨੀ ਵੀ ਸੇਵਾ ਕੀਤੀ, ਨਗਰ ਦੇ ਗੁਰਦੁਆਰੇ ਕਥਾ ਕੀਰਤਨ ਅਖੰਡ ਪਾਠ ਸਾਹਿਬ ਕੀਤਾ, ਮੈਂ 1 ਰੁਪਈਆ ਵੀ ਜਿਹੜਾ ਆਪਣੇ ਘਰ ਵਿੱਚ ਨਹੀਂ ਵਰਤਿਆ। ਜਿੰਨੀ ਵੀ ਮਾਇਆ ਉਹ ਮੈਂ ਧਰਮ ਕਾਰਜ 'ਤੇ ਲਾਈ ਹੈ। ਕਿਸੇ ਗਰੀਬ ਦੀ ਲੜਕੀ ਦਾ ਵਿਆਹ ਕਰਤਾ, ਜਾਂ ਮੰਨ ਲਓ ਕਿਤੇ ਨਲਕਾ ਲਵਾਤਾ, ਜਾਂ ਮੰਨ ਲਓ ਕਿਤੇ ਕਹਿ ਲਓ ਕਿ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਚੰਗਾ ਕਾਰਜ ਕਰਨ ਵਾਲਾ, ਇੱਦਾਂ ਛੋਟੇ ਜਾਂ ਕਿਸੇ ਬੱਚੇ ਦੀ ਫੀਸ ਧਾਰ ਦਿੱਤੀ। ਹਾਂਜੀ, ਮੈਨੂੰ ਕਹਿੰਦੇ ਜੇ ਤੈਨੂੰ ਸ਼ੌਂਕ ਆ ਨਾ ਤੇ ਇੱਕ ਗੱਲ ਭਾਵਨਾ ਰੱਖ ਕੇ ਚੱਲਣੀ ਕਿ ਨਿਸ਼ਕਾਮ ਕਰੀ, ਮਤਲਬ ਮਾਇਆ ਦਾ ਲਾਲਚ ਲੈ ਕੇ ਨਾ ਚੱਲੀ। ਮੈਂ ਕਿਹਾ ਠੀਕ ਹੈ ਜੀ। ਸਮਾਂ ਚੱਲਦਾ ਗਿਆ। ਚਲੋ ਜਦੋਂ ਸੰਗਤ 'ਚ ਵਿਚਰੀਏ, ਆਪਣਾ ਭਾਈ ਮਨਦੀਪ ਸਿੰਘ ਜੀ ਸੰਗਤ ਬਹੁਤ ਕੁਝ ਸਿਖਾ ਦਿੰਦੀ। ਹਾਂਜੀ,
ਜਦੋਂ ਅਸੀਂ ਜਾਣਾ ਮਿਹਨਤ ਕਰਕੇ ਕਈ ਵਾਰੀ ਜਦੋਂ ਜਾਣਾ ਤੇ ਕੁਝ ਸੰਗਤਾਂ ਦੇ ਬਹੁਤ ਪਿਆਰ ਕਰਦੀਆਂ, ਪਰ ਕੁਝ ਲੋਕ ਐਸੇ ਵੀ ਮਿਲਦੇ ਸਨ ਜਦੋਂ ਅਸੀਂ ਉਹਨਾਂ ਨਾਲ ਕੋਈ ਪੈਸੇ ਨਹੀਂ ਸਨ ਕਰਦੇ ਤੇ ਉਹ ਕਹਿੰਦੇ ਸੀ ਕਿ ਸ਼ਾਇਦ ਮਤਲਬ ਉਹਨਾਂ ਦੀ ਸੋਚ ਥੋੜ੍ਹੀ ਜਿਹੀ ਘਟੀਆ ਕਹਿ ਸਕਦੇ ਹਾਂ ਵੀ ਇਹ ਐਵੇਂ ਤੁਰੇ ਫਿਰਦੇ ਆ। ਫਿਰ ਮੈਂ ਸਾਥੀਆਂ ਨਾਲ ਸਲਾਹ ਕੀਤੀ ਕਿ ਆਪਾਂ ਮਾਇਆ ਜ਼ਰੂਰ ਲੈ ਲਿਆ ਕਰੀਏ, ਪਰ ਜਿੰਨੀ ਆਪਾਂ ਮਾਇਆ ਲੈਣੀ ਨਾ ਉਹ ਮਾਇਆ ਦੇ ਵਿੱਚੋਂ ਆਪਾਂ ਦਸਵੰਧ ਕੱਢ ਲਿਆ ਕਰੀਏ। ਉਹ ਦਸਵੰਧ ਕੱਢ ਕੇ ਆਪਾਂ ਕਿਸੇ ਧਰਮ ਖਾਤੇ ਲਾਇਆ ਕਰੀਏ ਵੀ ਜਿੱਥੇ ਵੀ ਕੋਈ ਠੀਕ ਲੱਗੇ ਕਿ ਆਪਾਂ ਨੂੰ ਇੱਥੇ ਮਤਲਬ ਜਿਸ ਤਰ੍ਹਾਂ ਅਸੀਂ ਹਰ ਸਾਲ ਬਾਅਦ ਬਜ਼ੁਰਗਾਂ ਨੂੰ ਲੈ ਕੇ ਜਾਂਦੇ ਜੀ ਹਜ਼ੂਰ ਸਾਹਿਬ, ਉਹਨਾਂ ਦੀਆਂ ਟਿਕਟਾਂ ਅਸੀਂ ਆਪ ਖਰੀਦਦੇ ਹਾਂ। ਜਿੱਦਾਂ ਠੀਕ ਜਿੱਥੇ ਵੀ ਆਪਾਂ ਨੂੰ ਲੱਗੇ ਵੀ ਇੱਥੇ ਠੀਕ ਹੈ ਜੀ, ਇੱਥੇ ਸਹੀ ਜਗ੍ਹਾ, ਤੇ ਉੱਥੇ ਉਹ ਅਸੀਂ ਆਪਣੀ ਜਿਹੜੀ ਕਿਰਤ ਦਾ ਦਸਵੰਧ ਆ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲ ਸੇਵਾ ਲੈ ਲੈਂਦੇ ਆ ਜੀ। ਭਾਈ ਸਾਹਿਬ ਜੀ, ਕਿੰਨੀ ਦੇਰ ਹੋ ਗਈ ਤੁਹਾਨੂੰ ਹੁਣ ਕਵੀਸ਼ਰੀ ਜਗਤ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਜਥਾ ਹੈ, ਤੁਸੀਂ ਪ੍ਰਚਾਰਕ ਹੋ, ਤੁਹਾਡੇ ਨਾਲ ਬਹੁਤ ਵਧੀਆ ਸਾਥੀ ਹੈ, ਬਹੁਤ ਸੋਹਣੀਆਂ ਆਵਾਜ਼ਾਂ ਉਹਨਾਂ ਦੀਆਂ, ਕਿੰਨੀ ਦੇਰ ਤੋਂ ਹੁਣ ਤੁਸੀਂ ਆਪਣਾ ਜਥਾ ਜਿਹੜਾ ਬਣਾ ਕੇ ਉਹ ਚੱਲ ਰਹੇ ਹੋ? ਵੈਸੇ ਤੇ ਜੇ ਸ਼ੌਂਕ ਦੀ ਗੱਲ ਕਰੀਏ ਫਿਰ ਤੇ ਇਦਾਂ ਹੀ ਜਿੱਦਾਂ ਕਹਿ ਲਓ ਕਿ ਆਪਣੀ ਡਿਊਟੀ ਦੇ ਨਾਲ ਕਦੇ ਕਦੇ ਵਿੱਚ ਕਰਨੀ, ਪਰ ਪੱਕੇ ਤੌਰ ਤੇ ਮੈਨੂੰ ਬਹੁਤਾ ਲੰਬਾ ਸਮਾਂ ਨਹੀਂ ਹੋਇਆ। ਮੈਂ ਕਹਾਂਗਾ ਕਿ 3-3.5 ਸਾਲ ਹੀ ਅਜੇ ਮੈਨੂੰ ਇਸ ਲਾਈਨ 'ਚ ਆਏ ਨੂੰ ਹੋਇਆ। ਪਰ ਮੈਂ ਧੰਨਵਾਦੀ ਹਾਂ ਗੁਰੂ ਕੀਆਂ ਸੰਗਤਾਂ ਦਾ। ਗੁਰੂ ਸਾਹਿਬ ਨੇ ਬੜਾ ਤਰਸ ਕੀਤਾ ਜੀ, ਬਹੁਤ ਸੰਗਤਾਂ ਵੱਲੋਂ। ਮੈਂ ਕਦੀ ਸੋਚਿਆ ਵੀ ਨਹੀਂ ਸੀ ਜੀ ਵੀ ਮੈਂ ਇਸ ਜਗ੍ਹਾ ਉੱਤੇ ਜਾ ਕੇ ਗੁਰੂ ਕੀ ਸੰਗਤ ਦੇ ਦਰਸ਼ਨ ਕਰਾਂਗਾ। ਮਹਾਰਾਜ ਨੇ ਚਲੋ ਉਹਦੇ ਤਰਸ ਕੀਤਾ। ਨਾਗਪੁਰ ਦੀ ਧਰਤੀ ਉੱਤੇ ਸੰਗਤਾਂ ਕੋਲੋਂ ਟਿਕਟਾਂ ਦੇ ਕੇ ਜਹਾਜ਼ ਦੀ ਯਾਤਰਾ, ਬਾਹਰ ਵਿਦੇਸ਼ ਦੀ ਯਾਤਰਾ ਗੁਰੂ ਸਾਹਿਬ ਨੇ ਕਰਵਾ ਦਿੱਤੀ। ਹਾਂਜੀ, ਯੂਪੀ ਦੇ ਵਿੱਚ ਬੜੇ ਪ੍ਰੋਗਰਾਮ, ਹਾਂਜੀ ਮੇਰਾ ਖਿਆਲ ਕੋਈ ਜਗ੍ਹਾ ਹੋਏਗੀ ਨਹੀਂ ਜਿੱਥੇ ਯੂਪੀ 'ਚ ਅਸੀਂ ਨਹੀਂ ਗਏ। ਪੰਜਾਬ ਦੀ ਜਗ੍ਹਾ 'ਤੇ ਬੜੀਆਂ ਸਟੇਜਾਂ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਲਈ ਅਤੇ ਸੰਗਤਾਂ ਨੇ ਬਹੁਤ ਵੱਡਾ ਮਾਣ ਸਤਿਕਾਰ ਦੇ ਕੇ ਵੀ ਨਵਾਜਿਆ। ਮੈਂ ਧੰਨਵਾਦੀ ਹਾਂ ਗੁਰੂ ਕੀ ਸੰਗਤ ਦਾ। ਜਿਹੜੇ ਸੱਜਣ ਤੁਹਾਨੂੰ ਇੱਕ ਕੰਪਿਊਟਰ ਆਪਰੇਟਰ ਤੋਂ ਇੱਧਰ ਕਵੀਸ਼ਰੀ ਜਗਤ ਦੇ ਵਿੱਚ ਲੈ ਕੇ ਆਏ ਆ, ਹੁਣ ਕਦੀ ਮੁਲਾਕਾਤ ਹੋਈ ਉਹਨਾਂ ਦੇ ਨਾਲ? ਉਹਨਾਂ ਤੁਹਾਨੂੰ ਕਦੀ ਸ਼ਾਬਾਸ਼ ਦਿੱਤੀ ਹੈ ਕਿ ਮੈਂ ਤੁਹਾਨੂੰ ਇੱਧਰ ਲੈ ਕੇ ਆਇਆ ਅਤੇ ਬਹੁਤ ਸੋਹਣਾ ਕੰਮ ਕਰ ਰਹੇ ਹੋ? ਬਹੁਤ ਜ਼ਿਆਦਾ ਜੀ, ਉਹ ਬੜੇ ਖੁਸ਼ ਹੁੰਦੇ ਆ। ਅੱਜ ਵੀ ਮੈਂ ਜਦੋਂ ਦਰਬਾਰ ਸਾਹਿਬ ਜਾਂਦਾ ਜੀ, ਅੱਜ ਵੀ ਉਹ ਜਦੋਂ ਮੈਨੂੰ ਮਿਲਦੇ ਆ, ਅੱਜ ਕੱਲ੍ਹ ਉਹਨਾਂ ਦੀ ਡਿਊਟੀ ਸ੍ਰੀ ਦਰਬਾਰ ਸਾਹਿਬ ਜਿੱਥੇ ਅਖੰਡ ਪਾਠ ਸਾਹਿਬ ਦੀ ਬੁਕਿੰਗ ਹੁੰਦੀ ਉੱਥੇ ਸੁਪਰਵਾਈਜ਼ਰ ਨੇ, ਬੜੇ ਖੁਸ਼ ਹੁੰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ 'ਤੇ ਕਵੀਸ਼ਰੀ ਮੁਕਾਬਲਾ ਹੋਇਆ ਸੀ, ਉਹਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ। ਸਾਡੀ ਸ਼੍ਰੋਮਣੀ ਕਮੇਟੀ ਨੇ ਬੜੇ ਉੱਚੇ ਪੱਧਰ 'ਤੇ ਪੂਰੇ ਪੰਜਾਬ ਦੇ ਜਥਿਆਂ ਦਾ ਮੁਕਾਬਲਾ ਕਰਾਇਆ, ਜਿਹਦੇ ਵਿੱਚੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡਾ 3 ਨੰਬਰ ਆਇਆ ਜੀ। ਪਹਿਲੇ ਨੰਬਰ 'ਤੇ ਲੱਖ ਰੁਪਈਆ ਇਨਾਮ ਸੀ, ਦੂਜੇ ਨੰਬਰ 'ਤੇ ਮੇਰੇ ਖਿਆਲ 75,000 ਸੀ, ਤੀਜੇ ਨੰਬਰ 'ਤੇ 51,000 ਸੀ। ਅਤੇ ਜਦੋਂ ਅਸੀਂ ਉੱਥੇ ਗੁਰੂ ਸਾਹਿਬ ਦੀ ਕਿਰਪਾ ਸਾਨੂੰ ਮਾਨ ਸਨਮਾਨ ਮਿਲਿਆ, ਤੀਜੇ ਨੰਬਰ 'ਤੇ ਅਸੀਂ ਆਏ ਪੂਰੇ ਪੰਜਾਬ ਦੇ ਵਿੱਚੋਂ। ਅਤੇ ਉਹ ਬੜੇ ਖੁਸ਼ ਹੋਏ, ਘੁੱਟ ਕੇ ਜੱਫੀ ਪਾਈ, ਕਹਿੰਦੇ ਅੱਜ ਤੂੰ ਮੇਰੀ ਮਿਹਨਤ ਦਾ ਮੁੱਲ ਮੋੜ ਦਿੱਤਾ। ਮੈਨੂੰ ਬੜੀ ਖੁਸ਼ੀ ਹੋਈ ਹੈ ਅਤੇ ਅਰਦਾਸ ਕਰਦਾ ਪਰਮਾਤਮਾ ਦੇ ਅੱਗੇ ਕਿ ਤੁਸੀਂ ਇੱਦਾਂ ਹੀ ਤਰੱਕੀ ਕਰੋ ਅਤੇ ਇੱਦਾਂ ਹੀ ਸਾਨੂੰ ਖੁਸ਼ੀ ਮਿਲਦੀ ਰਹੇ। ਜਦੋਂ ਤੁਹਾਨੂੰ ਅਵਾਰਡ ਮਿਲਿਆ 51,000 ਰੁਪਏ ਦਾ, ਤੀਸਰਾ ਤੁਹਾਨੂੰ ਇਨਾਮ ਮਿਲਿਆ ਹੈ, ਘਰੋਂ ਸੋਚ ਕੇ ਗਏ ਸੀ ਕਿ ਸਾਡਾ ਵੀ ਕੋਈ ਜਾਂ ਪਹਿਲਾ ਜਾਂ ਦੂਸਰਾ ਨੰਬਰ ਜਾਂ ਤੀਸਰਾ ਨੰਬਰ ਆਊ? ਇੱਦਾਂ ਦੇ ਕੋਈ ਮਨ 'ਚ ਆਇਆ ਸੀ ਪਹਿਲਾਂ ਵੀ ਵਿਚਾਰ ਤੁਹਾਨੂੰ? ਬਿਲਕੁਲ ਜੀ, ਇਹ ਤਾਂ ਨਹੀਂ ਸੀ ਸੋਚਿਆ ਕਿ ਸਾਡਾ ਅਕਸਰ ਤੁਹਾਨੂੰ ਪਤਾ ਹੀ ਹੈ ਮੁਕਾਬਲਾ ਤੇ ਮੁਕਾਬਲਾ ਹੀ ਹੁੰਦਾ ਨੇ ਜੀ। ਉੱਥੇ ਜਾ ਕੇ ਤੇ ਵੱਡੇ ਕਈ ਵਾਰੀ ਜਿਹੜੇ ਬੁਲਾਰੇ ਨੇ, ਕਿਉਂਕਿ ਗਿਣਤੀ ਮਿਣਤੀ ਦਾ ਟਾਈਮ ਹੁੰਦਾ, ਉਹਦੇ ਵਿੱਚ ਹੀ ਆਪਾਂ ਕਹਿ ਲਓ ਕਿ ਸੰਖੇਪ ਰੂਪ 'ਚ ਸੰਗਤ ਨਾਲ ਵਿਚਾਰ ਸਾਂਝੇ ਕਰਨੇ ਹੁੰਦੇ ਆ। ਅਤੇ ਇਹ ਜ਼ਰੂਰ ਹੈ ਕਿ 2-3 ਦਿਨ ਪਹਿਲਾਂ ਲਗਾਤਾਰ ਬਹੁਤ ਮਿਹਨਤ ਕੀਤੀ। ਭਾਈ ਗੁਰਦਾਸ ਜੀ ਦੀਆਂ ਮੈਂ 2 ਵਾਰਾਂ ਜਿਹੜੀਆਂ ਉਹ ਯਾਦ ਕੀਤੀਆਂ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧ ਜਿਹੜਾ ਵਿਸ਼ਾ ਮੈਨੂੰ ਮਿਲਿਆ ਸੀ ਮੱਕੇ ਤੋਂ ਬਗਦਾਦ, ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਸਨ, ਅਤੇ ਮੇਰੇ ਕੋਲ 12-13 ਮਿੰਟ ਦਾ ਸਮਾਂ ਸੀ, ਉਹਦੇ ਵਿੱਚ ਹੀ ਹਾਂਜੀ ਉਹ ਕਵਰ ਕੀਤਾ। ਅਤੇ ਸੋਚਿਆ ਤਾਂ ਨਹੀਂ ਸੀ, ਪਰ ਚਲੋ ਜੋ ਵੀ ਜੱਜ ਸਾਹਿਬਾਨ ਬੈਠੇ ਸਨ ਉਹਨਾਂ ਦੀ ਪਾਰਖੂ ਅੱਖ ਨੇ ਵੇਖਿਆ, ਜ਼ੁਬਾਨੀ ਉੱਥੇ ਕਵਿਤਾ ਬੋਲਣੀਆਂ ਹੁੰਦੀਆਂ ਨੇ, ਅਤੇ ਉਹਨਾਂ ਨੇ ਫਿਰ ਸਾਨੂੰ ਚਲੋ 3 ਨੰਬਰ ਜਿਹੜਾ ਸਾਡਾ ਦਿੱਤਾ। ਬੜੀ ਬੇਹੱਦ ਖੁਸ਼ੀ ਹੋਈ ਵੀ ਚਲੋ ਸਾਡੀ ਮਿਹਨਤ ਦਾ ਮਹਾਰਾਜ ਨੇ ਮੁੱਲ ਜਿਹੜਾ ਮੋੜ ਦਿੱਤਾ। ਹਾਂਜੀ ਹਾਂ, ਮੈਂ ਚਾਹੁੰਦਾ ਕਿ ਤੁਹਾਡੇ ਜਿਹੜੇ ਨਾਲ ਦੇ ਸਾਥੀ ਉਹਨਾਂ ਦਾ ਜ਼ਿਕਰ ਵੀ ਜ਼ਰੂਰ ਹੋਵੇ। ਤੁਹਾਡੇ ਨਾਲ ਦੇ ਸਾਥੀ ਤੁਹਾਡੇ ਨਾਲ ਬਹੁਤ ਰਲ ਮਿਲ ਕੇ ਮੈਂ ਦੇਖਦਾ, ਅਕਸਰ ਹੀ ਤੁਸੀਂ ਜਦੋਂ ਸਟੇਜਾਂ 'ਤੇ ਹੁੰਦੇ ਹੋ ਤੁਹਾਡਾ ਆਪਸੀ ਬਹੁਤ ਪਿਆਰ ਹੈ। ਉਹ ਕਿੱਥੋਂ ਦੇ ਰਹਿਣ ਵਾਲੇ ਆ? ਸਿੱਖ ਸੰਗਤ ਨੂੰ ਇਹ ਵੀ ਦੱਸੋ, ਔਰ ਕਿਵੇਂ ਦਾ ਉਹਨਾਂ ਦਾ ਸੁਭਾਅ ਆ, ਤੁਹਾਡੇ ਨਾਲ ਕਿੱਦਾਂ ਦਾ ਉਹਨਾਂ ਦਾ ਪਿਆਰ? ਮੇਰੇ ਨਾਲ ਜੀ ਸਾਥੀ ਵੀਰ ਗੁਰਪ੍ਰੀਤ ਸਿੰਘ ਜੀ, ਉਹਦਾ ਪਿੰਡ ਹਰਗੋਬਿੰਦਪੁਰ ਦੇ ਲਾਗੇ ਲੱਧਾ ਮੁੰਡਾ, ਔਰ ਦੂਸਰਾ ਸਾਥੀ ਵੀਰ ਮਨਪ੍ਰੀਤ ਸਿੰਘ ਮੰਜਿਆਂ ਵਾਲੀ, ਤੀਸਰਾ ਸਾਥੀ ਹੈ ਵੀਰ ਭੁਪਿੰਦਰ ਸਿੰਘ ਤੇੜਾ। ਮੰਜਿਆਂ ਵਾਲੀ ਪਿੰਡ ਫਤਿਹਗੜ੍ਹ ਚੂੜੀਆਂ ਦੇ ਲਾਗੇ ਆ, ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦਾ। ਇੱਕ ਮੇਰੇ ਨਾਲ ਵੀਰ ਸੀ, ਉਸ ਵੀਰ ਦਾ ਨਾਂ ਪ੍ਰਾਚੇ ਪਿੰਡ ਤੋਂ ਸੀ, ਵੀਰ ਅਜੇਪਾਲ ਸਿੰਘ ਪ੍ਰਾਚਾ। ਉਹ ਥੋੜ੍ਹਾ ਕੁ ਸਮਾਂ ਮੇਰੇ ਨਾਲ ਰਿਹਾ, ਚਲੋ ਉਹਦੀ ਮਜਬੂਰੀ ਸੋ ਚਲਾ ਗਿਆ। ਮੁੜ ਕੇ ਵੀਰ ਗੁਰਪ੍ਰੀਤ ਸਿੰਘ ਲੱਧਾ ਮੁੰਡਾ ਆ ਗਿਆ ਜੀ। ਹੁਣ ਇਸ ਵੇਲੇ ਵੀਰ ਗੁਰਪ੍ਰੀਤ ਸਿੰਘ ਲੱਧਾ ਮੁੰਡਾ, ਵੀਰ ਮਨਪ੍ਰੀਤ ਸਿੰਘ ਮੰਜਿਆਂ ਵਾਲੀ ਅਤੇ ਵੀਰ ਭੁਪਿੰਦਰ ਸਿੰਘ ਤੇੜਾ,
ਉਹ ਮੇਰੇ ਨਾਲ ਸੇਵਾ ਨਿਭਾ ਰਹੇ ਨੇ। ਅਤੇ ਜੇ ਪਿਆਰ ਦੀ ਗੱਲ ਕਰੋ ਨਾ, ਅਤੇ ਮੈਂ ਕਈ ਵਾਰੀ ਸੋਚਦਾ ਕਿ ਮੈਂ ਉਹਨਾਂ ਦੀ ਪਿਆਰ ਸਦਕਾ ਹੀ ਜਿਹੜਾ ਸੰਗਤਾਂ ਦੇ ਵਿੱਚੋਂ ਇੰਨਾ ਮਾਨ ਸਨਮਾਨ ਖੱਟਿਆ। ਕਿਉਂਕਿ ਵੀਰ ਮਨਪ੍ਰੀਤ ਸਿੰਘ ਮੰਜਿਆਂਵਾਲੀ ਬਹੁਤ ਮਿਹਨਤੀ ਮੁੰਡਾ ਜੀ, ਬਹੁਤ ਮਿਹਨਤੀ ਹੈ। ਉਹਨੇ ਨਾ, ਉਹਦੇ ਮਨ 'ਚ ਬੜਾ ਚਾਅ ਆ ਜੀ ਕਿ ਕੋਈ ਨਾ ਕੋਈ ਨਵੀਂ ਚੀਜ਼ ਅਸੀਂ ਸੰਗਤ ਦੇ ਸਾਹਮਣੇ ਪੇਸ਼ ਕਰਦੇ ਰਹੀਏ। ਹਾਂਜੀ, ਅਤੇ ਉਹ ਮੈਨੂੰ ਕਹੇਗਾ ਵੀ ਭਾਜੀ ਆਪਾਂ ਵੀ ਮਤਲਬ ਆਹ ਕਵਿਤਾ ਕਰਨੀ, ਜੇ ਆਹ ਕਵਿਤਾ ਕਰਨੀ, ਅਤੇ ਆਪਾਂ ਜਿੰਨੇ ਕੁ ਜੋਗੇ ਉਹਦਾ ਪੂਰਾ ਸਾਥ ਦਈਦਾ। ਉਹ ਮੇਰੇ ਨਾਲ ਵੀਰ ਸਾਰੇ ਜਿਹੜੇ ਨੇ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਵਿਸ ਕਰਦੇ ਨੇ, ਅਤੇ ਕੋਸ਼ਿਸ਼ ਕਰਦੇ ਰਹੀਦਾ ਕਿ ਕੋਈ ਨਵੀਂ ਤੋਂ ਨਵੀਂ ਚੀਜ਼ ਸੰਗਤ ਦੇ ਸਾਹਮਣੇ ਹਾਜ਼ਰ ਕਰਦੇ ਰਹੀਏ। ਬਾਕੀ ਬਹੁਤ ਸਾਡਾ ਆਪਸ ਪਿਆਰ ਹੈ ਜੀ। ਅਰਦਾਸ ਵੀ ਕਰਦੇ ਹਾਂ, ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਹੱਕ 'ਚ ਸੰਗਤ ਅਰਦਾਸ ਕਰੇ। ਵੇਖੋ ਸਮੇਂ ਦਾ ਤਾਂ ਪਤਾ ਨਹੀਂ, ਪਰ ਜਿਹੜੀ ਹਾਲ ਦੀ ਘੜੀ ਜਿਹੜਾ ਸਾਡਾ ਆਪਸ 'ਚ ਬੜਾ ਗੂੜਾ ਪਿਆਰ ਹੈ, ਅਤੇ ਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਤਰਸ ਕਰਿਓ, ਆਉਣ ਵਾਲੇ ਸਮੇਂ 'ਚ ਵੀ ਸਾਡਾ ਪਿਆਰ ਬਣਿਆ ਰਹੇ ਅਤੇ ਅਸੀਂ ਸੰਗਤ ਦੀ ਸੇਵਾ ਜਿਹੜੀ ਉਹ ਕਰਦੇ ਰਹੀਏ। ਹਾਂਜੀ, ਹਾਂ। ਜੇ ਸੰਤੁਸ਼ਟੀ ਦੀ ਗੱਲ ਕਰੀਏ, ਮਨ ਦੀ ਸੰਤੁਸ਼ਟੀ ਕਿੰਨੀ ਕੁ ਆ? ਤੁਸੀਂ ਜੋ ਤੁਹਾਡੇ ਮਨ ਦੀ ਆਸ਼ਾ ਸੀ, ਜੋ ਤੁਹਾਡੇ ਮਨ ਦੀ ਰੀਝ ਸੀ, ਅੱਜ ਤੁਸੀਂ ਆਪਣਾ ਜਥਾ ਬਣਾ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੂਰ ਦਰੇਡਿਆਂ ਤੱਕ ਤੁਸੀਂ ਜਾ ਕੇ ਪ੍ਰੋਗਰਾਮ ਕਰ ਚੁੱਕੇ ਹੋ। ਸੰਤੁਸ਼ਟੀ ਮਨ ਨੂੰ ਕਿੱਦਾਂ ਦੀ ਹੈ ਤੁਹਾਡੇ? ਜੇ ਸੰਤੁਸ਼ਟੀ ਦੀ ਗੱਲ ਕਰਦੇ ਹੋ ਤਾਂ ਮੈਂ ਕਹਿੰਦਾ, ਮੈਂ ਗੁਰੂ ਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਕਿ ਮੈਂ ਕਿੰਨਾ ਸ਼ਬਦਾਂ ਨੂੰ ਸ਼ੁਕਰਾਨਾ ਕਰਾਂ। ਵੈਸੇ ਕਈ ਵਾਰੀ ਮੈਂ ਸੋਚਦਾ ਕਿ ਜ਼ਿਆਦਾਤਰ ਸਾਡੇ ਕਵੀਸ਼ਰ ਵੀਰ ਸਾਰੇ ਸਤਿਕਾਰਯੋਗ ਨੇ, ਗੁਰੂ ਬਖਸ਼ਿਸ਼ ਕਰੇ, ਜਿਹੜੇ ਇਸ ਲਾਈਨ ਦੇ ਵਿੱਚ ਆਏ ਨੇ। ਬਹੁਤੇ ਵੀਰ ਸਾਡੇ ਜਿਹੜੇ ਚਲੋ ਉਹ ਕੁਛ ਆਰਥਿਕ ਪੱਖੋਂ ਕਮਜ਼ੋਰ ਨੇ, ਮਤਲਬ ਮਜਬੂਰ ਬਸ ਹੋ ਕੇ ਕਈ ਆਏ ਜਾਂ ਕਿਸੇ ਰੂਪ 'ਚ ਵੀ। ਮੇਰੇ 'ਤੇ ਕਿਰਪਾ ਗੁਰੂ ਸਾਹਿਬ ਦੀ, ਮੇਰੇ ਸਾਡੇ ਬਜ਼ੁਰਗਾਂ ਨੇ ਕਹਿ ਲਓ, ਸਾਡੇ ਮਾਤਾ ਪਿਤਾ ਨੇ ਬਹੁਤ ਸੇਵਾ ਕੀਤੀ ਜੀ, ਬਹੁਤ ਮਿਹਨਤ ਵੀ ਕੀਤੀ। ਹਾਂਜੀ, ਘਰ ਪੱਖੋਂ ਵੀ ਮੈਂ ਆਰਥਿਕ ਪੱਖੋਂ ਬਹੁਤ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਗੱਲੋਂ ਵੀ ਕੋਈ ਕਮੀ ਨਹੀਂ। ਹਾਂਜੀ, ਅਤੇ ਪਰਮਾਤਮਾ ਨੇ ਬੜਾ ਕੁਛ ਦਿੱਤਾ। ਅਤੇ ਸਭ ਤੋਂ ਵੱਡੀ ਕਿਰਪਾ ਗੁਰੂ ਸਾਹਿਬ ਦੀ ਕਿ ਮੈਨੂੰ ਮਾਤਾ ਪਿਤਾ ਜਾਂ ਮੇਰਾ ਪਰਿਵਾਰ, ਗੁਰੂ ਸਾਹਿਬ ਨੇ ਗੁਰਸਿੱਖ ਪਰਿਵਾਰ 'ਚ ਮੈਨੂੰ ਜਨਮ ਦਿੱਤਾ। ਹਾਂਜੀ, ਅਤੇ ਬੜਾ ਆਨੰਦ ਹੈ ਜੀ, ਬੜੀ ਬਖਸ਼ਿਸ਼ ਹੈ ਗੁਰੂ ਦੀ। ਸਾਡੇ ਪਿਤਾ ਜੀ, ਮੈਂ ਤਾਂ ਉਹਨਾਂ ਨੂੰ ਜੇ ਸੱਚ ਜਾਣਿਓ ਮੈਂ ਪਿਤਾ ਨਹੀਂ ਰੱਬ ਹੀ ਮੰਨਦਾ ਵਾਂ। ਕਿਉਂਕਿ ਸਾਨੂੰ ਸਾਰੇ ਪਰਿਵਾਰ ਨੂੰ ਸ਼ਾਮਾਂ ਨੂੰ ਬਿਠਾ ਲੈਂਦੇ ਆ 40 ਮਿੰਟ ਗੁਰਮੰਤਰ ਮੂਲ ਮੰਤਰ ਦਾ। ਮੈਂ ਇਸ ਕਰਕੇ ਨਹੀਂ ਦੱਸ ਰਿਹਾ ਕੋਈ ਕਿ ਹਉਮੈ ਦੀ ਨਿਸ਼ਾਨੀ ਹੈ, ਬਸ ਗੁਰੂ ਦੀ ਬਖਸ਼ਿਸ਼ ਦੱਸ ਰਿਹਾ ਵੀ ਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਨੇ ਮਤਲਬ ਸਾਨੂੰ ਇਹੋ ਹੀ ਦੱਸਿਆ, ਪੁੱਤਰ ਮੈਂ ਨਿਸ਼ਕਾਮ ਸੇਵਾ ਕਰਕੇ ਬੜਾ ਕੁਝ ਖੱਟਿਆ, ਬੜੀਆਂ ਹੀ ਬਖਸ਼ਿਸ਼ਾਂ ਗੁਰੂ ਕੋਲ ਲਈਆਂ, ਅਤੇ ਜ਼ਿੰਦਗੀ ਦੇ ਵਿੱਚ ਬਸ ਸਭ ਤੋਂ ਵੱਡਾ ਕਿਰਤ ਅਤੇ ਸੇਵਾ ਸਿਮਰਨ। ਅਤੇ ਉਹਨਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆ ਜੀ। ਇੰਨਾ ਕੁ ਆਨੰਦ ਆ ਜੀ, ਇੰਨੀ ਕੁ ਖੁਸ਼ੀ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਬਿਆਨ ਹੀ ਨਹੀਂ ਕਰ ਸਕਦਾ ਜੀ ਮੈਂ। ਹਾਂ, ਬਹੁਤ। ਭਾਈ ਸਾਹਿਬ ਜੀ, ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਕਿ ਜਿਵੇਂ ਪਿਛਲੇ ਦਿਨੀ ਬਾਬਾ ਬਕਾਲਾ ਦੇ ਕੋਲ ਪਿੰਡ ਚੀਮਾਬਾੜ ਦੇ ਵਿੱਚ ਇਟਲੀ ਦੇ ਵਿੱਚ ਰਹਿੰਦੇ ਭਾਈ ਬਚਿੱਤਰ ਸਿੰਘ ਸ਼ੌਂਕੀ ਨੇ ਉੱਥੇ ਕਵੀਸ਼ਰਾਂ ਦਾ ਮਾਨ ਸਨਮਾਨ ਕੀਤਾ। ਮਾਨ ਸਨਮਾਨ ਤੇ ਮਾਨ ਸਨਮਾਨ ਹੀ ਆ, ਭਾਵੇਂ ਉਹ ਮੋਟਰਸਾਈਕਲ ਆ ਅਤੇ ਭਾਵੇਂ ਉਹ ਮਾਇਆ ਦਾ ਰੂਪ। ਤੁਹਾਨੂੰ ਕੀ ਲੱਗਦਾ ਕਿ ਜਿਵੇਂ ਇੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਪੂਰੇ ਵਿਸ਼ਵ ਦੇ ਵਿੱਚ, ਜਾਂ ਆਪਾਂ ਕਹਿ ਲਈਏ ਜਾਂ ਪੰਜਾਬ ਤੋਂ ਸ਼ੁਰੂਆਤ ਹੋਈ ਹੈ, ਇੱਕ ਇੱਦਾਂ ਦੇ ਹੋਰ ਵੀ ਪ੍ਰੋਗਰਾਮ ਹੋਣੇ ਚਾਹੀਦੇ ਕਿ ਕਵੀਸ਼ਰੀ ਜਗਤ ਨੂੰ ਇੱਕ ਹੋਰ ਹੁਲਾਰਾ ਮਿਲੇ? ਉਹ ਜਿਹੜੇ ਕਵੀਸ਼ਰ, ਜਿਨ੍ਹਾਂ ਕਈਆਂ ਵਿਚਾਰਿਆਂ ਨੂੰ ਬਹੁਤੇ ਪ੍ਰੋਗਰਾਮਾਂ ਦੇ ਵਿੱਚ ਇੱਕ ਇੱਕ ਕਵਿਤਾ ਲਾਉਣ ਦਾ ਵੀ ਟਾਈਮ ਮਿਲਦਾ ਆ, ਕੁਝ ਕਿਤੇ ਹੋ ਸਕਦਾ ਆਉਣ ਵਾਲੇ ਸਮੇਂ 'ਚ ਉਹ ਵੀ ਅੱਗੇ ਆਉਣ, ਇੱਦਾਂ ਦੇ ਹੋਣਾ ਚਾਹੀਦੇ ਆ ਜੀ ਪ੍ਰੋਗਰਾਮ। ਬਿਲਕੁਲ ਜੀ, ਬਿਲਕੁਲ। ਬੜੀ ਖੁਸ਼ੀ ਹੋਈ ਹੈ ਵੀਰ ਬਚਿੱਤਰ ਸਿੰਘ ਜੀ ਸ਼ੌਂਕੀ ਸਾਹਿਬ, ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ। ਕਿਉਂਕਿ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਵੀਸ਼ਰੀ ਕਲਾ ਨੂੰ ਪ੍ਰਫੁੱਲਿਤ ਕਰਨ ਵਾਸਤੇ, ਹਾਂਜੀ, ਜਾਂ ਉਹਦਾ ਦਾਇਰਾ ਵਧਾਉਣ ਵਾਸਤੇ, ਜੇ ਸੋਚਿਆ ਜਾਵੇ ਨਾ ਤੇ ਵੀਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਈ ਵਾਰੀ ਸੋਚਦਾ ਕਿ ਜਿਹੋ ਜਿਹਾ ਹੁਣ ਸਮਾਂ ਚੱਲ ਰਿਹਾ ਨਾ, ਸਾਨੂੰ ਇਹ ਕਲਾ ਸਾਡੀ ਜਿਹੜੀ ਹੈ, ਜਿੱਥੇ ਸਾਨੂੰ ਹੁਣ ਸੰਗਤ ਬੜਾ ਪਿਆਰ ਦੇ ਰਹੀ ਹੈ, ਇਹ ਅਲੋਪ ਵੀ ਹੁੰਦੀ ਜਾ ਰਹੀ ਹੈ। ਕਿਉਂਕਿ ਆਉਣ ਵਾਲੀ ਪੀੜ੍ਹੀ ਬਹੁਤ ਘੱਟ, ਨੌਜਵਾਨ ਜਿਹੜੇ ਅੱਜ ਸਾਡਾ ਇੱਕ ਸਾਥੀ ਕੋਈ ਢਿੱਲਾ ਮੱਠਾ ਹੋ ਜੇ, ਸਾਨੂੰ ਕੋਈ ਸਾਥੀ ਦੀ ਲੋੜ ਹੋਵੇ, ਸਾਨੂੰ ਲੱਭਦਾ ਹੀ ਨਹੀਂ ਮੁੰਡਾ ਕੋਈ ਨਾਲ ਲੈ ਕੇ ਜਾਣ ਨੂੰ ਸਟੇਜ ਦੇ ਉੱਤੇ। ਮਤਲਬ ਸਾਡੇ ਮੁੰਡਿਆਂ ਦਾ ਇਸ ਬੰਨੇ ਬਹੁਤ ਘੱਟ ਝੁਕਾਅ ਆ। ਸੁਣਦੇ ਜ਼ਰੂਰ ਨੇ ਪਰ ਸਾਰੇ ਨਹੀਂ, ਵਿੱਚ ਜਿਹੜੇ ਮਤਲਬ ਪਿਆਰ ਕਰਨ ਵਾਲੇ ਬਹੁਤ ਪਿਆਰ ਨਾਲ ਕਵਿਸ਼ਰੀ ਸੁਣਦੇ ਨੇ। ਇਸ ਚੀਜ਼ ਨੂੰ ਬਚਾਉਣ ਵਾਸਤੇ, ਢਾਡੀ ਕਲਾ ਨੂੰ ਜਾਂ ਕਵਿਸ਼ਰੀ ਕਲਾ ਨੂੰ ਬਚਾਉਣ ਵਾਸਤੇ ਮਤਲਬ ਉਹਨਾਂ ਨੇ ਬੜਾ ਵੱਡਾ ਇੱਕ ਉਪਰਾਲਾ ਕੀਤਾ, ਔਰ ਬੜੀ ਖੁਸ਼ੀ ਵੀ ਹੋਈ ਇਸ ਗੱਲ ਦੀ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਮੈਂ ਜਦੋਂ ਦੀ ਸੁਰਤ ਸੰਭਾਲੀ, ਐਡਾ ਵੱਡਾ ਸ਼ਾਇਦ ਕਵਿਸ਼ਰਾਂ ਦਾ ਕਿਤੇ ਵੀ ਸਨਮਾਨ ਨਹੀਂ ਹੋਇਆ। ਹਾਂਜੀ, ਅਤੇ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਵਾਹਿਗੁਰੂ ਕਿਰਪਾ ਕਰੇ ਉਹਨਾਂ ਦਾ, ਮੈਂ ਧੰਨਵਾਦੀ ਹਾਂ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ, ਅਤੇ ਅਰਦਾਸ ਵੀ ਕਰਦਾ, ਅਤੇ ਇਹ ਵੀ ਜਿਹੜੇ ਚੈਨਲ ਦੇ ਉੱਤੇ ਸਾਡੇ ਜਿਹੜੇ ਵਿਦੇਸ਼ਾਂ 'ਚ ਵੀਰ ਸਾਨੂੰ ਸੁਣਦੇ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਇਸ ਕਲਾ ਨੂੰ ਬਚਾਉਣਾ, ਅਤੇ ਜਿਸ ਤਰ੍ਹਾਂ ਤੁਸੀਂ ਕਹਿ ਲਓ ਕਿ ਕਬੱਡੀ ਵਾਲੇ
ਵੀਰਾਂ ਨੂੰ ਪ੍ਰਮੋਟ ਕਰਦੇ ਹੋ ਜਾਂ ਤੁਸੀਂ ਹੋਰ ਸਿੰਗਰਾਂ ਨੂੰ ਦਿੰਦੇ ਜੇ ਮੋਟਰਸਾਈਕਲ ਜਾਂ ਉਹਨਾਂ ਦਾ ਮਾਨ ਸਨਮਾਨ ਕਰਦੇ ਹੋ। ਔਰ ਨਾਲ ਇੱਕ ਵਿਸ਼ਰੀ ਕਲਾ ਨੂੰ ਬਚਾਉਣ ਵਾਸਤੇ ਵੀ ਤੁਹਾਨੂੰ ਇਹ ਉਪਰਾਲੇ ਕਰਨੇ ਚਾਹੀਦੇ ਆ ਤਾਂ ਜੋ ਸਾਡਾ ਇਤਿਹਾਸ ਇਹ ਜਿੰਦਾ ਰਹਿ ਸਕੇ, ਕਵੀਸ਼ਰੀ ਕਲਾ ਅਤੇ ਢਾਡੀ ਕਲਾ ਜਿਹੜੀ ਜਿੰਦਾ ਰਹਿ ਸਕੇ ਅਤੇ ਆਉਣ ਵਾਲੇ ਸਮੇਂ ਤੱਕ ਵੀ ਸਾਡੇ ਬਜ਼ੁਰਗਾਂ ਦੇ ਜੋ ਮਾਰ ਕੇ ਮਾਰੇ ਨੇ, ਸਾਡੇ ਵੱਡਿਆਂ ਨੇ ਜਿਹੜਾ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ, ਉਹ ਸਾਡੀ ਆਉਣ ਵਾਲੀ ਪਨੀਰੀ ਤੱਕ ਪਹੁੰਚਦਾ ਰਹੇ। ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਡੇ ਮਨ ਦੀ ਜਿਹੜੀ ਰੀਝ ਹੁੰਦੀ ਆ, ਜਿਹੜੀ ਵੀ ਫੀਲਡ ਦੇ ਵਿੱਚ ਬੰਦਾ ਹੁੰਦਾ ਹੈ ਉਹਨੂੰ ਚਾਹੁੰਦਾ ਕਿ ਉਹ ਪੀਕ 'ਤੇ ਜਾਵੇ, ਇੱਕ ਚੋਟੀ 'ਤੇ ਜਾਵੇ, ਕਵੀਸ਼ਰੀ ਜਗਤ ਨੂੰ ਕਿਸ ਜਗ੍ਹਾ 'ਤੇ ਦੇਖਣਾ ਚਾਹੁੰਦੇ ਹੋ ਤੁਸੀਂ? ਵੇਖੋ ਜੀ, ਜਿਹੜੀ ਕਲਾ ਗੁਰੂ ਸਾਹਿਬ ਨੇ ਮੈਨੂੰ ਬਖਸ਼ੀ ਹੈ, ਮੈਂ ਤਾਂ ਹਮੇਸ਼ਾ ਹੀ ਅਰਦਾਸ ਕਰਦਾ ਕਿ ਆਪਣੇ ਬਾਰੇ ਵੀ, ਬਾਕੀ ਸਾਰੇ ਕਵੀਸ਼ਰ ਭਰਾਵਾਂ ਬਾਰੇ ਵੀ, ਕਿ ਮਤਲਬ ਹਮੇਸ਼ਾ ਹੀ ਚੜ੍ਹਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਦਾ ਹਾਂ ਜੀ। ਅਤੇ ਗੁਰੂ ਬਖਸ਼ਿਸ਼ ਕਰੇ, ਚੜ੍ਹਦੀ ਕਲਾ 'ਚ ਹੀ ਦੇਖਣਾ ਚਾਹੁੰਦਾ ਜੀ, ਹਮੇਸ਼ਾ ਚੜ੍ਹਦੀ ਕਲਾ ਹੀ ਰਵੇ। ਅਤੇ ਇਸੇ ਤਰ੍ਹਾਂ ਹੀ ਗੁਰੂ ਕਿਰਪਾ ਕਰੇ, ਦੀਵਾਨ ਸੱਜਦੇ ਰਹਿਣ, ਸਾਡੇ ਬੱਚਿਆਂ ਨੂੰ ਇਤਿਹਾਸ ਸੁਣਨ ਨੂੰ ਮਿਲਦਾ ਰਹੇ ਅਤੇ ਇਹ ਕਲਾ ਜਿਹੜੀ ਹੈ ਸਦਾ ਹੀ ਸੂਰਜ ਵਾਂਗੂ ਚਮਕਦੀ ਰਹੇ। ਅੰਤ ਦੇ ਵਿੱਚ ਜਿਹੜੀਆਂ ਸੰਗਤਾਂ ਤੁਹਾਨੂੰ ਪਿਆਰ ਕਰਦੀਆਂ, ਤੁਹਾਨੂੰ ਨਿਰਵੈਰ ਟੀਵੀ ਦੇ ਜ਼ਰੀਏ ਦੇਖ ਰਹੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ? ਬਸ ਮੈਂ ਇਹੀ ਬੇਨਤੀ ਕਰਦਾ ਜੀ ਕਿ ਵੇਖੋ, ਇਹ ਸਾਨੂੰ ਮਨੁੱਖਾ ਜਨਮ ਮਿਲਿਆ, ਮੁੜ ਕੇ ਪਤਾ ਨਹੀਂ ਵਾਹਿਗੁਰੂ ਜਾਣਦਾ ਸਾਨੂੰ ਮਿਲਣਾ ਹੈ ਕਿ ਨਹੀਂ ਮਿਲਣਾ। ਆਪਣੀ ਜ਼ਿੰਦਗੀ ਅਤੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਆਪਾਂ ਸੋਚ ਉੱਚੀ ਰੱਖੀਏ, ਭਾਵਨਾ ਚੰਗੀ ਰੱਖੀਏ, ਕਿਉਂਕਿ ਮੈਂ ਕਈ ਵਾਰੀ ਭਾਈ ਸਾਹਿਬ ਸੋਚਦਾ ਕਿ ਜਿਸ ਬੰਦੇ ਦੀ ਸੋਚ ਅਤੇ ਭਾਵਨਾ ਚੰਗੀ ਹੈ ਨਾ, ਸੱਚ ਜਾਣੇ ਉਹਦੇ 'ਤੇ ਗੁਰੂ ਦੀ ਬੜੀ ਬਖਸ਼ਿਸ਼ ਹੁੰਦੀ ਹੈ। ਅੱਜ ਸਾਡੀ ਸੋਚ ਬੜੀ ਨੀਵੀਂ ਹੋ ਚੁੱਕੀ ਹੈ, ਸਾਡੀ ਭਾਵਨਾ ਜਿਹੜੀ ਉਹ ਬੜੀ ਗਲਤ ਹੋ ਚੁੱਕੀ ਹੈ। ਮੈਂ ਮਸਕੀਨ ਜੀ ਨੂੰ ਸੁਣਦਾ ਸਾਂ ਕਦੇ ਕਦੇ, ਅਤੇ ਮਸਕੀਨ ਜੀ ਕਹਿੰਦੇ ਹੁੰਦੇ ਸੀ ਜਦੋਂ ਕੋਈ ਬੰਦਾ ਕਿਸੇ ਦੇ ਪ੍ਰਤੀ ਮਾੜੀ ਭਾਵਨਾ ਰੱਖਦਾ ਨਾ, ਅਤੇ ਸਮਝ ਲਓ ਉਹ ਬੰਦਾ ਪਾਪ ਕਰ ਰਿਹਾ। ਇਸ ਕਰਕੇ ਅਸੀਂ ਕਈ ਵਾਰੀ ਗਲਤ ਕੰਮ ਕਰਕੇ ਕਹਿੰਦੇ ਉਹ ਪਾਪ ਹੋ ਗਿਆ, ਉਹ ਪਾਪ ਨਹੀਂ, ਉਹ ਅਪਰਾਧ 'ਚ ਗਿਣਿਆ ਜਾਂਦਾ। ਪਰ ਜਦੋਂ ਸਾਡੇ ਦਿਮਾਗ 'ਚ ਗਲਤ ਸੋਚ ਆ ਜਾਂਦੀ ਹੈ ਨਾ, ਉਹ ਪਾਪ 'ਚ ਆ ਜਾਂਦਾ। ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ, ਠੀਕ ਹੈ ਚਲੋ ਵੱਧ ਤੋਂ ਵੱਧ ਸੇਵਾ ਸਿਮਰਨ ਕਰਨਾ ਚੰਗੀ ਗੱਲ ਹੈ, ਜੇ ਨਹੀਂ ਹੁੰਦਾ ਥੋੜ੍ਹਾ ਕਰ ਲਓ, ਪਾਠ ਪੂਜਾ ਥੋੜ੍ਹਾ ਕਰ ਲਓ, ਪਰ ਭਾਵਨਾ ਚੰਗੀ ਰੱਖੋ, ਸੋਚ ਉੱਚੀ ਰੱਖੋ। ਈਰਖਾਬਾਜੀ ਤੋਂ ਆਪਾਂ ਉੱਪਰ ਉੱਠ ਕੇ ਅਤੇ ਆਪਾਂ ਮਤਲਬ ਇਸ ਜੀਵਨ ਨੂੰ ਸਫਲਿਆਂ ਕਰੀਏ, ਆਪਣੇ ਮਨੁੱਖ ਦੇਹ ਨੂੰ ਸਫਲਿਆਂ ਕਰੀਏ। ਮਤਲਬ ਕਿੰਨੀ ਕੁ ਲੰਬੀ ਉਮਰ ਬੰਦੇ ਦੀ ਅੱਜ ਕੱਲ੍ਹ ਸਾਰੀ ਜਿਹੜਾ ਹੁਣ ਐਵਰੇਜ ਚੱਲਣ ਡਈ ਹੈ 45 50 ਜਾਂ 60 ਸਾਲ ਬਾਅਦ ਤੋਂ ਬਾਅਦ 70 ਲਾ ਲਓ ਤੁਸੀਂ। ਪਰ ਇਹ ਹੈ ਵੀ ਆਪਾਂ ਮਤਲਬ ਇਹਨੂੰ ਐਵੇਂ ਹੀ ਮਤਲਬ ਨਾ ਇੱਕ ਦੂਜੇ ਈਰਖਾ ਭਾਵਨਾ ਚੁਲਝ 'ਚ ਕੇ ਨਾ ਰਹਿ ਜਾਈਏ। ਚੰਗੀ ਸੋਚ ਰੱਖੋ, ਪਰਮਾਤਮਾ ਤੁਹਾਡੇ 'ਤੇ ਬਖਸ਼ਿਸ਼ ਕਰੇਗਾ। ਉਹ ਗੁਰੂ ਨਾਨਕ ਦੇ ਕਰਕੇ ਇਹ ਗੱਲ ਦਾ ਘਾਟਾ ਨਹੀਂ, ਜੇ ਭਾਵਨਾ ਚੰਗੀ ਹੈ ਤਾਂ ਉਹ ਰਹਿਮਤਾਂ ਵੀ ਬਹੁਤ ਕਰਦਾ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸੋ ਇਹ ਸਨ ਭਾਈ ਜਸਬੀਰ ਸਿੰਘ ਜੀ ਮੋਲੇ ਕੇ, ਜਿਨ੍ਹਾਂ ਦੇ ਨਾਲ ਗੱਲ ਕਰਕੇ ਸਾਨੂੰ ਬਹੁਤ ਵਧੀਆ ਲੱਗਾ। ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਨਾਲ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਉਸ ਨੂੰ ਜ਼ਰੂਰ ਪਸੰਦ ਕਰੋਗੇ। ਆਉਣ ਵਾਲੇ ਸਮੇਂ ਦੇ ਵਿੱਚ ਕਵੀਸ਼ਰ ਜਗਤ ਦੇ ਵਿੱਚ ਹੋਰ ਵੀ ਜਿਹੜੇ ਸਟਾਰ ਕਵੀਸ਼ਰ ਨੇ, ਜਿਹੜੇ ਗੁਰੂ ਸਾਹਿਬ ਜੀ ਦੀ ਬਹੁਤ ਸਾਰੀ ਜਿਨ੍ਹਾਂ 'ਤੇ ਕਿਰਪਾ ਹੈ, ਉਹਨਾਂ ਦੇ ਨਾਲ ਅਸੀਂ ਤੁਹਾਨੂੰ